ਜਸਟਿਸ ਦੇਖ ਰਹੇ ਤੁਸੀਂ, मैं केपी सिंह टू द पॉइंट ਤੁਹਾਡਾ ਸਭ ਦਾ ਸਵਾਗਤ ਕਰਦਾ। ਭਾਰਤੀ ਜਨਤਾ ਪਾਰਟੀ ਦੇ 303 MP ਨੇ ਪਾਰਲੀਮੈਂਟ ਵਿੱਚ, ਤੇ ਜਦੋਂ ਪਾਰਲੀਮੈਂਟ ਵਿੱਚ ਕੋਈ ਕਾਨੂੰਨ ਪਾਸ ਹੋਣਾ ਹੁੰਦਾ ਤਾਂ ਭਾਰਤੀ ਜਨਤਾ ਪਾਰਟੀ ਦੀ ਗਿਣਤੀ ਹੈ ਜਿਹੜੀ ਉਹ ਬੜੀ ਤਕੜੀ ਹੁੰਦੀ ਹੈ। ਇਸੇ ਕਰਕੇ ਇਸ ਕਾਰਜਕਾਲ ਵਿੱਚ ਬਹੁਤ ਸਾਰੇ ਬਿੱਲ ਹੈ ਜਿਹੜੇ ਉਹ ਕਾਨੂੰਨ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਆਏ। ਤੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਪਾਰਲੀਮੈਂਟ ਵਿੱਚ ਖੜੇ ਹੋ ਕੇ ਕਹਿਣ ਕਿ 370 इस वार बीजेपी दी आउणगियां ते 400 NDA पार करूगा, जो पार्लीमेंट में बयान दिता जाता तो उस तो बाद बयान होर थावां ते भी दिते जाते हैं। जो उन्होंने बयानों को असीं सुनते हैं, समझते हैं, तो फिर सानूं डिबेट करनी पैंदी है कि 370 ते 400 के दा विच किहड़ा दा। प्रधानमंत्री साहब ने पार्लीमेंट में की किया, झाबुआ च की किया, ते रवाड़ी च की किया, पहले सुन लिया। लेकिन मैं देख रहा हूं देश का मिजाज एनडीए को तो 400 पार कर पाई के रहेगा, लेकिन भारतीय जनता पार्टी को 370 सीट अवश्य देगा। एनडीए की 400 पार की बात तो मैं भी सुन रहा हूं, लेकिन मैं ये भी सुन रहा हूं कि अकेला बीजेपी, अकेला कमल का निशान 370 पार करेगा। लोगों ने एक और संकल्प लिया है और जनता जनार्दन कह रही है, आप लोग कह रहे हैं, जिसने 370 हटाया, जिसने 370 हटाया, उस बीजेपी का टीका 370 सीटों से होगा। बड़ा सवाल असीं पूछांगे, मिशन हैट्रिक च जुटे प्रधानमंत्री मोदी के 400 पार वाले गणित का फार्मूला की है। इस सवाल पर बहस हुई, जो पैनल साढ़े नाल है तारुफ करा रहे, तो उस तो बाद डिबेट ओपन हो जाएगी। एडवोकेट लोकेश नारंग भारतीय जनता पार्टी स्पोक्सपर्सन ने, मिस्टर नारंग तुहाडा बहुत स्वागत है। एडवोकेट अर्शप्रीत सिंह खड़ियाल पंजाब कांग्रेस के चीफ स्पोक्सपर्सन ने, मिस्टर खड़ियाल तुहाडा बहुत स्वागत है। जगतार सिंह संघेड़ा आम आदमी पार्टी के स्पोक्सपर्सन ने, चेयरमैन ने इंप्रूवमेंट ट्रस्ट जलंधर के, संघेड़ा साहब तुहाडा बहुत स्वागत है। हरजीत सिंह भुल्लर श्रोमणी अकाली दल के स्पोक्सपर्सन ने, मिस्टर भुल्लर तुहाडा बहुत स्वागत है। नारंग साहब, प्रधानमंत्री साहब जिहड़ा 400 पार का दावा करते पे उनका फार्मूला की है सर? केपी जी देखो, 2014 ਦੇ ਵਿੱਚ ਜਦੋਂ ਸਾਰੀ ਪਾਰਟੀਆਂ ਤੋਂ ਪਰੇਸ਼ਾਨ ਹੋ ਕੇ ਇਸ ਦੇਸ਼ ਦੀ ਜਨਤਾ ਨੇ ਭਾਰਤੀ ਜਨਤਾ ਪਾਰਟੀ ਨੂੰ ਨਰਿੰਦਰ ਮੋਦੀ ਦੇ ਸੁਸ਼ਾਸਨ ਦੀ ਅਗਵਾਈ ਦੇ ਵਿੱਚ ਭਰੋਸਾ ਕਰਕੇ ਇੱਕ ਸਰਕਾਰ ਦਿੱਤੀ ਸੀ, ਜਿਹੜੀ ਇੱਕ ਮਜ਼ਬੂਤ ਸਰਕਾਰ ਸੀ। ਉਸ ਸਰਕਾਰ ਦੇ 10 ਸਾਲ ਦੇ ਕੰਮਕਾਜ ਨੂੰ, ਲੋਕਾਂ ਦੇ ਪ੍ਰਤੀ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ, ਪ੍ਰਧਾਨ ਮੰਤਰੀ ਦੇ ਪ੍ਰਤੀ ਆਮ ਜਨਤਾ ਦਾ ਵਿਸ਼ਵਾਸ, ਉਹ ਜਿਹੜਾ 2014 ਤੋਂ ਬਾਅਦ 2019 ਚ ਹੋਰ ਵਧਿਆ ਔਰ 2024 ਚ ਹੋਰ ਵਧਣ ਜਾ ਰਿਹਾ। ਸਰਕਾਰ ਦੇ ਕੋਲ ਅਸੀਂ ਆਪਣੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਜਾ ਰਹੇ ਹਾਂ ਕਿ ਜੋ ਜੋ ਵਾਅਦਾ ਕੀਤਾ ਸੀਗਾ ਉਹ ਸਾਰੇ ਵਾਅਦੇ ਨਿਭਾਏ ਨੇ। ਧਾਰਾ 370 ਖਤਮ ਕੀਤੀ ਹੈ, ਪ੍ਰਭੂ ਸ਼੍ਰੀ ਰਾਮ ਦਾ ਭव्य ਮੰਦਿਰ ਅਯੋਧਿਆ ਦੇ ਵਿੱਚ ਬਣਿਆ। ਹੋਰ ਵੀ ਕਈ ਐਸੀ ਚੀਜ਼ਾਂ ਨੇ, ਜਿਵੇਂ ਇੱਕ ਇੱਕ ਚੀਜ਼ ਗਿਣਾਉਣ ਲੱਗਾ ਤਾਂ ਸਾਰੀ ਡਿਬੇਟ ਦਾ ਟਾਈਮ ਮੈਨੂੰ ਹੀ ਤੁਹਾਡਾ ਲੈਣਾ ਪਏਗਾ। ਤੇ ਮੋਟੇ ਤੌਰ ਤੇ ਮੈਂ ਤੁਹਾਨੂੰ ਇਹ ਕਹੂੰਗਾ ਕਿ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਵਿਸ਼ਵਾਸ ਹੈ, ਜੋ ਭਾਰਤ ਦੀ ਛਵੀ ਉਹਨਾਂ ਨੇ ਬਣਾਈ ਹੈ, ਉਹ ਸਾਰਿਆਂ ਦਾ ਇਹ ਪਰਿਣਾਮ ਹੈ। ਕਿਉਂਕਿ ਜਿਹੜੇ ਬੰਦੇ ਨੇ ਕੇਪੀ ਜੀ ਕੰਮ ਕੀਤਾ ਹੁੰਦਾ ਨਾ, ਉਹਨੂੰ ਆਪਣੇ ਕੰਮ ਦੀ ਜ਼ਮੀਨੀ ਹਕੀਕਤ ਵੀ ਪਤਾ ਹੁੰਦੀ ਹੈ ਔਰ ਉਹਦਾ ਕਨਵਰਸ਼ਨ ਰੇਟ ਵੋਟਾਂ 'ਚ ਕੀ ਆਣਾ ਵੀ ਪਤਾ ਹੁੰਦਾ। ਤੇ ਕਿਉਂਕਿ ਇਹ ਮੋਦੀ ਸਾਹਿਬ ਦਾ ਆਤਮ ਵਿਸ਼ਵਾਸ ਬੋਲਦਾ ਹੈ, ਕਿਉਂਕਿ ਉਹਨਾਂ ਨੇ ਜੋ ਭਾਰਤ ਦੀ ਜਨਤਾ ਦੇ ਲਈ ਕੰਮ ਕੀਤਾ ਹੈ ਤੇ ਉਸ ਦੀ ਝਲਕ ਉਹਨਾਂ ਨੂੰ ਜਿਹੜਾ ਆਉਣ ਵਾਲਾ ਰੁਝਾਨ ਹੈ ਉਹਦੇ 'ਚ ਦਿਖੀ ਹੈ। ਤੇ ਉਹ ਉਹਨਾਂ ਦਾ ਵਿਸ਼ਵਾਸ ਹੈ ਜਿਹੜਾ ਆਉਣ ਵਾਲੇ ਅਪ੍ਰੈਲ ਦੇ ਵਿੱਚ ਵੋਟਾਂ ਦੇ ਵਿੱਚ ਕਨਵਰਟ ਹੋਏਗਾ। 370 ਤੋਂ ਪਲੱਸ ਸੀਟਾਂ ਭਾਰਤੀ ਜਨਤਾ ਪਾਰਟੀ ਲੈ ਕੇ ਜਾਏ। ਨਾਰੰਗ ਸਾਹਿਬ, ਤੁਸੀਂ ਆਪਦੀ ਪਾਰਟੀ ਲਈ 370 ਹੀ ਟਾਰਗੇਟ ਕਿਉਂ ਸੈੱਟ ਕੀਤਾ? ਦੇਖੋ केपी जी, ऐसा नहीं ਹੁੰਦਾ कि कोई टारगेट सैट किया। पिछली बार साडा नारा सीगा 300 ਦੇ ਪਾਰ, 300 ਦੇ ਪਾਰ एनडीए ਗਿਆ ਸੀ। ਇਹ ਦੇਖੋ परफॉर्मेंस आ, ਤੁਸੀਂ ਬਾਕੀ ਸਰਕਾਰਾਂ ਦੀ ਪਰਫਾਰਮੈਂਸ ਦੇਖੋ। ਜੇ 10 ਸਾਲ ਤੋਂ ਬਾਅਦ ਤਾਂ ਐਂਟੀ ਇਨਕੰਬੈਂਸੀ ਇੰਨੀ ਆ ਜਾਂਦੀ ਹੈ
ਕਿ ਲੋਕ ਵੋਟਾਂ ਪਾਉਣ ਨੂੰ ਤਿਆਰ ਨਹੀਂ ਹੁੰਦੇ। ਇੱਥੇ ਇੱਕ ਜਿਹੜਾ ਆਤਮ ਵਿਸ਼ਵਾਸ ਆ, ਉਹ ਜਿਹੜਾ ਸਰਕਾਰ ਦਾ 10 ਸਾਲ ਦਾ ਟਰਾਂਸਪੇਰੈਂਟ ਔਰ ਇਮਾਨਦਾਰ ਛਵੀ ਵਾਲਾ ਕੰਮ ਆ, ਉਸ ਨੂੰ ਲੋਕਾਂ ਨੇ ਜਿਹੜਾ ਹੈਗਾ ਵਾ ਫਤਵਾ ਦੇਣ ਦਾ ਮਨ ਬਣਾਇਆ ਹੋਇਆ ਹੈ। ਕਿਉਂਕਿ ਦੂਸਰੀ ਔਰ ਕਿਸੇ ਵੀ ਪਾਰਟੀ ਦੇ ਕੋਲ ਦੇਖੋ, ਜਿਹੜਾ ਭਾਨੂਮਤੀ ਨੇ ਇੱਕ ਕੁਨਬਾ ਜੋੜਿਆ ਸੀਗਾ, ਉਹਦੇ 'ਚ ਸੰਘੇੜਾ ਸਾਹਿਬ ਵੀ ਸੀਗੇ, KP ਸਿੰਘ ਦੀ ਪਾਰਟੀ ਵੀ ਸੀਗੀ, ਸ਼ਾਇਦ ਹੁਣ ਵੀ ਸੌਰੀ KP ਜੀ ਤੁਹਾਡਾ ਨਾਮ ਨਿਕਲ ਗਿਆ, ਖੜਿਆਲ ਸਾਹਿਬ ਦੀ ਪਾਰਟੀ ਵੀ ਹੈ, ਸ਼ਾਇਦ ਹੁਣ ਵੀ ਇਹ ਲੋਕ ਇਕੱਠੇ ਨੇ। ਪਰ ਕਿਤੇ ਨਾ ਕਿਤੇ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਸੀ, ਸਾਰੇ ਭ੍ਰਿਸ਼ਟਾਚਾਰੀਆਂ ਨੇ ਇਕੱਠਾ ਹੋ ਕੇ ਇੱਕ ਕੁਨਬਾ ਬਣਾਉਣ ਦੀ। ਕੁਨਬਾ ਬਿਖਰ ਗਿਆ ਦੇਸ਼ ਦੇ ਕੋਲ। ਚਲੋ ਇੱਕ ਸਵਾਲ ਕਰ ਲੈਣ ਦਿਓ ਨਾਰੰਗ ਸਾਹਿਬ, ਤੁਸੀਂ ਇਹਨਾਂ ਦੇ ਕੁਨਬੇ ਦਾ ਜ਼ਿਕਰ ਕਰਿਓ, ਮੈਨੂੰ ਕੋਈ ਦਿੱਕਤ ਨਹੀਂ, ਫਿਰ ਮੈਂ ਡਿਬੇਟ ਓਪਨ ਕਰ ਦੂੰਗਾ। ਤੁਸੀਂ ਵਿਕਾਸ ਦੇ ਨਾਮ ਤੇ ਇਹ ਨਾਰਾ ਦਿੱਤਾ ਹੈ ਜਾਂ ਜਾਤ ਪਾਤ ਜਾਂ ਧਰਮ ਦੇ ਨਾਂ ਤੇ ਨਾਰਾ ਦਿੱਤਾ? ਵਿਕਾਸ 10 ਸਾਲ ਦਾ ਕੰਮਕਾਜ, ਆਮ ਜਨਤਾ 'ਚ ਸਬਕਾ ਸਾਥ, ਸਬਕਾ ਵਿਸ਼ਵਾਸ ਔਰ ਸਬਕਾ ਵਿਕਾਸ। ਚਲੋ ਠੀਕ ਹੈ। ਮਿਸਟਰ ਖੜਿਆਲ 400 ਪਾਰ ਉਹ ਕਹਿ ਰਹੇ ਆ, 370 BJP ਲਈ ਆ ਰਹੀਆਂ, ਤੁਹਾਡੇ ਪੱਲੇ ਕੁਝ ਨਹੀਂ ਪੈਣਾ ਇਸ ਵਾਰ? ਫਿਰ ਪੱਲੇ ਤਾਂ ਜੋ ਇਹਨਾਂ ਦੇ ਹਿਮਾਚਲ, ਕਰਨਾਟਕਾ, ਤੇਲੰਗਾਨਾ 'ਚ ਪਿਆ ਸੀਗਾ, ਉਹੀ 2024 ਦੇ ਲੋਕ ਸਭਾ ਇਲੈਕਸ਼ਨ 'ਚ ਪਊਗਾ। ਤੇ ਜ਼ੀਰੋ ਜ਼ਿਆਦੇ ਲਾ ਜਾਂਦੇ ਐ, ਜ਼ੀਰੋ ਘਟਾ ਦੋ ਤੇ ਅਸਲ ਗੱਲ ਭਾਰਤੀ ਜਨਤਾ ਪਾਰਟੀ ਨਾਲ ਜੋ ਹੋਣ ਜਾ ਰਹੀ ਹੈ ਉਹ ਹੋਊਗੀ। ਉਹ ਕੀ ਹੈ? 40 ਸੀਟਾਂ ਤੋਂ ਵੱਧ BJP ਨਹੀਂ ਟੱਪੂਗੀ। ਉਹਦਾ ਕਾਰਨ ਬੜਾ ਸਪਸ਼ਟ ਤੇ ਬੜਾ ਸਿੰਪਲ ਹੈ। ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਲੋਕਤੰਤਰ ਦਾ ਕਤਲ ਹੋਇਆ ਚੰਡੀਗੜ੍ਹ ਮੇਅਰ ਪੋਲ 'ਚ। ਕੱਲ ਸੁਪਰੀਮ ਕੋਰਟ ਨੇ ਇਲੈਕਟੋਰਲ ਬੌਂਡ ਨੂੰ ਅਨਕਨਸਟੀਟਿਊਸ਼ਨਲ ਕਿਹਾ, ਉੱਥੇ BJP ਐਕਸਪੋਜ਼ ਹੋਈ। ਫਿਰ ਸੁਪਰੀਮ ਕੋਰਟ ਦੇ ਵਿੱਚ ਟ੍ਰਿਬਿਊਨਲ ਦੇ ਵਿੱਚ ਸਾਨੂੰ ਜਾਣਾ ਪਿਆ, ਸਾਡੇ ਜਿਹੜੇ ਖਾਤੇ ਇਹਨਾਂ ਨੇ ਫਰੀਜ਼ ਕੀਤੇ ਸੀਗੇ ਉੱਥੇ ਇਹਨਾਂ ਨੂੰ ਜਵਾਬ ਮਿਲਿਆ। ਸੋ ਜਿਹੜਾ ਪੱਤਿਆਂ ਦਾ ਹਾਊਸ ਆਫ ਕਾਰਡਸ ਇਹਨਾਂ ਨੇ ਖੜਾ ਕੀਤਾ ਹੈ, ਉਹ ਪੱਤਿਆਂ ਦਾ ਘਰ ਢਹਿਣਾ ਤੇ ਡਿੱਗਣਾ ਸ਼ੁਰੂ ਹੋ ਚੁੱਕਿਆ। ਤੇ ਮੈਂ ਭਾਰਤੀ ਜਨਤਾ ਪਾਰਟੀ ਨੂੰ ਕਹੂੰਗਾ 370 ਦਾ ਤੁਸੀਂ ਕ੍ਰੈਡਿਟ ਭਾਲਦੇ ਹੋ, ਕੀ 370 ਤੁਸੀਂ ਐਬਰੋਗੇਟ ਕੀਤਾ ਕਿ ਦੇਸ਼ ਦੇ ਰਾਸ਼ਟਰਪਤੀ ਨੇ ਕੀਤਾ? ਸੋ ਤੁਸੀਂ ਕਿਹੜੇ ਹਿਸਾਬ ਨਾਲ ਕ੍ਰੈਡਿਟ ਭਾਲ ਸਕਦੇ ਹੋ? ਦੂਜੀ ਗੱਲ, ਜੇ ਗੱਲ ਕਰਨੀ ਹੈ ਕ੍ਰੈਡਿਟ ਦੀ, ਤਾਂ ਪਹਿਲਾਂ ਤਾਂ ਇਹ ਦੱਸੋ ਸੁਪਰੀਮ ਕੋਰਟ ਨੇ ਕਿਹਾ ਸਟੇਟਹੁੱਡ ਰਿਸਟੋਰ ਕੀਤਾ ਜਾਵੇ। 2-2.5 ਮਹੀਨੇ ਹੋ ਗਏ ਗੱਲ ਕਹੇ ਨੂੰ, ਹੋ ਗਿਆ ਸਟੇਟਹੁੱਡ ਰਿਸਟੋਰ ਜੰਮੂ ਕਸ਼ਮੀਰ ਦਾ। ਫਿਰ ਸੁਪਰੀਮ ਕੋਰਟ ਨੇ ਕਿਹਾ ਅਸੈਂਬਲੀ ਇਲੈਕਸ਼ਨ ਕਰਾਓ, ਕਰਾਤਾ ਅਸੈਂਬਲੀ ਇਲੈਕਸ਼ਨ, ਜਾਂ ਤਰੀਕ ਦੇਤੀ ਵੀ ਇਹ ਮਹੀਨੇ ਤੋਂ ਪਹਿਲਾਂ ਹੋ ਜਾਊਗਾ, ਇਹ ਸਾਲ ਤੋਂ ਪਹਿਲਾਂ ਹੋ ਜਾਊਗਾ, ਜਾਂ ਸਟੇਟਹੁੱਡ ਇਹ ਸਾਲ ਤੋਂ ਪਹਿਲਾਂ ਰਿਸਟੋਰ ਹੋ ਜਾਊਗਾ। ਸੋ ਹਵਾਈ ਗੱਲਾਂ ਕਰਕੇ ਤਾਂ ਦੇਸ਼ ਨੇ ਇੰਨਾ ਭੁਗਤਿਆ ਹੈ। ਤੁਸੀਂ ਹਵਾਈ ਗੱਲ ਕਰ ਦਿੰਦੇ ਸੀਗੇ ਜੀ MSP ਦਵਾਂਗੇ ਐਜ਼ ਲੀਗਲ ਗਾਰੰਟੀ, ਜਦੋਂ ਮੋਦੀ ਸਾਹਿਬ ਮੁੱਖ ਮੰਤਰੀ ਸੀ। ਮੈਂ ਮੁਕੰਮਲ ਕਰਨਾ ਇੱਕ ਲਾਈਨ, ਜਦੋਂ ਮੋਦੀ ਸਾਹਿਬ ਮੁੱਖ ਮੰਤਰੀ ਸੀਗੇ, ਉਹ ਕਿਉਂਕਿ ਟਾਈਮ ਬਾਉਂਡ ਨਹੀਂ ਕੀਤਾ ਗਿਆ, 10 ਸਾਲ ਹੋ ਗਏ ਤੁਹਾਡੇ ਤੋਂ ਡਿਲੀਵਰ ਨਹੀਂ ਹੋਈ, ਤੇ ਅੱਜ ਸਾਡੇ ਕਿਸਾਨਾਂ ਨੂੰ ਜਾ ਕੇ ਰਬਰ ਬੁਲੇਟਸ, ਟੀਅਰ ਗੈਸ ਸ਼ੈਲਸ ਤੇ ਹੋਰ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤੁਹਾਡੀ ਸਰਕਾਰ ਜਿਹੜੀ ਹੈ ਇਲੀਗੈਲਿਟੀ ਤੇ ਅਨਕਨਸਟੀਟਿਊਸ਼ਨਲ। ਚਲੋ ਮੈਨੂੰ ਇੱਕ ਚੀਜ਼ ਦੱਸ ਦਿਓ ਖੜਿਆਲ ਸਾਹਿਬ, ਤੁਸੀਂ ਗੱਲ ਕਰ ਰਹੇ ਹੋ, ਸਾਰੇ ਮੁੱਦਿਆਂ ਦਾ ਤੁਸੀਂ ਜ਼ਿਕਰ ਕਰਤਾ ਜੀ। ਖੜਿਆਲ ਸਾਹਿਬ, ਕਿਸਾਨਾਂ ਦਾ ਮੁੱਦਾ ਜਿਹੜਾ ਉਹ ਫੈਸਲਾ ਕਰੂਗਾ ਦੇਸ਼ ਦੀਆਂ ਚੋਣਾਂ ਦਾ, ਜਾਂ ਆਰਟੀਕਲ 370 ਜਿਹਦਾ ਤੁਸੀਂ ਜ਼ਿਕਰ ਕਰਦੇ ਪਏ ਉਹ ਫੈਸਲਾ ਕਰੂਗਾ? ਇੱਕ ਮੁੱਦਾ ਕਦੇ ਵੀ ਨਹੀਂ ਫੈਸਲਾ ਕਰਦਾ ਹੁੰਦਾ, ਮੁੱਦੇ ਬਹੁਤ ਸਾਰੇ ਹੁੰਦੇ ਆ। ਕਿਹੜੇ ਚੀਜ਼ ਤੇ ਇਹਨਾਂ ਦਾ ਫੇਲਿਅਰ ਨਹੀਂ? ਰੋਜ਼ਗਾਰ ਦਾ ਆਪਾਂ ਉਦਾਹਰਨ ਲੈ ਲੈਨੇ ਆ, ਜੰਮੂ ਕਸ਼ਮੀਰ ਵੀ ਕਵਰ ਹੋ ਜੂ। ਮੈਂ ਉੱਥੇ AICC ਦਾ ਮੀਡੀਆ ਕੋਆਰਡੀਨੇਟਰ ਹਾਂ, ਸਾਰੇ ਜੰਮੂ ਕਸ਼ਮੀਰ ਦਾ ਮੀਡੀਆ ਦੇਖ ਰਿਹਾ। ਉੱਥੇ ਲੋਕਾਂ ਦੀ ਆਵਾਜ਼ ਇੱਕੋ ਇੱਕ ਚੀਜ਼ ਕਹਿੰਦੀ ਹੈ, ਸਾਰੇ ਜੰਮੂ ਕਸ਼ਮੀਰ ਦੀ, ਕਹਿੰਦੇ ਇੱਥੇ ਬੇਰੋਜ਼ਗਾਰੀ ਹੈ ਜੀ, ਜੌਬ ਕੋਈ ਨਹੀਂ ਹੈ। ਤੇ ਇਹ ਗੱਲ ਸਿਰਫ ਜੰਮੂ ਕਸ਼ਮੀਰ ਤੱਕ ਸੀਮਤ ਨਹੀਂ ਹੈ, ਪੂਰੇ ਦੇਸ਼ 'ਚ ਇਹ ਪ੍ਰੋਬਲਮ ਹੈ। ਮੈਂ ਸਵਾਲ ਕਰਨਾ ਤੁਸੀਂ ਬੜਾ ਇੰਪੋਰਟੈਂਟ ਪੁਆਇੰਟ ਚੁੱਕਿਆ ਮਿਸਟਰ ਖੜਿਆਲ। 45 ਸਾਲਾਂ 'ਚ ਸਭ ਤੋਂ ਵੱਧ ਬੇਰੋਜ਼ਗਾਰੀ ਰੇਟ ਹੈ ਅੱਜ ਦੇਸ਼ ਦਾ। ਮਿਸਟਰ ਖੜਿਆਲ ਤੁਸੀਂ ਪੁਆਇੰਟ ਹੀ ਬੜਾ ਵਧੀਆ ਚੁੱਕਿਆ, ਮੈਂ ਭੁੱਲ ਗਿਆ ਸੀ ਤੁਸੀਂ AICC ਦੇ ਮੀਡੀਆ ਕੋਆਰਡੀਨੇਟਰ ਹੋ ਉੱਥੇ। ਮਿਸਟਰ ਖੜਿਆਲ, ਉੱਥੇ ਲੋਕ ਤੁਹਾਨੂੰ ਮਿਲਦੇ, ਲੋਕ ਇਹ ਕਹਿੰਦੇ ਆ ਕਿ ਆਰਟੀਕਲ 370 ਤੁਸੀਂ ਵਾਪਸ ਲਿਆਓਗੇ। ਮੈਂ ਦੱਸਦਾ ਹੁਣ, ਲੋਕ ਇਹ ਕਹਿੰਦੇ ਆ ਕਿ ਸਟੇਟਹੁੱਡ ਰਿਸਟੋਰ ਹੋਣਾ ਚਾਹੀਦਾ ਜਲਦ ਤੋਂ ਜਲਦ, ਜੋ BJP ਕਰ ਨਹੀਂ ਰਹੀ। ਲੋਕ ਕਹਿੰਦੇ ਅਸੈਂਬਲੀ ਇਲੈਕਸ਼ਨ ਜਲਦ ਤੋਂ ਜਲਦ ਹੋਣਾ ਚਾਹੀਦਾ, ਜੋ BJP ਦੱਸ ਨਹੀਂ ਰਹੀ ਕਦ ਤੱਕ ਕਰਾਵਾਂਗੇ। ਤੇ ਲੋਕ ਇਹ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਦੇਸ਼ 'ਚ ਮੁਕਤ ਕਰਨਾ ਹੈ, ਜਿਵੇਂ ਅਸੀਂ ਪਹਿਲਾਂ ਹੋਰ ਸੂਬਿਆਂ 'ਚ ਕੀਤਾ ਹੈ। ਤੇ ਮੈਂ ਤਾਂ ਇੰਨੀ ਗੱਲ ਹੀ ਕਹੂੰਗਾ, ਇਹਨਾਂ ਨੇ ਤੁਸੀਂ ਇਹ ਦੇਖੋ ਧੱਕਾ ਕਿੱਥੋਂ ਤੱਕ ਨਹੀਂ ਕੀਤਾ। ਆਪਰੇਸ਼ਨ ਲੋਟਸ ਤੋਂ ਲੈ ਕੇ ED, IT, CBI ਦਾ ਦੁਰਉਪਯੋਗ ਤੋਂ ਲੈ ਕੇ ਹੋਰ ਮੈਨੂਵਰਿੰਗ ਤੋਂ ਲੈ ਕੇ ਸਾਡੇ ਖਾਤੇ ਫਰੀਜ਼ ਕਰਤੇ, ਕੱਲ ਦੀ ਗੱਲ ਹੈ। ਤੇ ਕੀਤਾ ਵੀ ਕਦੋਂ? ਮਹਿਜ਼ 2 ਹਫ਼ਤੇ ਪਹਿਲਾਂ ਲੋਕ ਸਭਾ ਇਲੈਕਸ਼ਨ ਅਨਾਉਂਸ ਹੋਣ ਤੋਂ। ਦੂਜਾ ਮੈਂ ਇਹਨਾਂ ਨੂੰ ਪੁੱਛੂੰਗਾ ਕਿ ਜੇ ਕੁਝ ਉਹ 'ਚ ਗਲਤ ਸੀਗਾ, ਫਿਰ ਟ੍ਰਿਬਿਊਨਲ ਨੇ ਖਾਤੇ ਡੀਫਰੀਜ਼ ਕਿਉਂ ਕਰਤੇ? ਇੱਥੋਂ ਇਹ ਮੰਨਣ, ਇੱਕ ਗੱਲ ਮੰਨਣ, ਇੱਕ ਤਾਂ ਇਹ ਮੰਨਣ ਕਿ ਇਹ ਇਸ ਚੀਜ਼ ਦੇ ਹੱਕ 'ਚ ਹੈ ਕਿ ਦੁਰਉਪਯੋਗ ਹੋਣਾ ਚਾਹੀਦਾ ਏਜੰਸੀਜ਼ ਦਾ। ਤੇ ਜਿਹੜਾ ਇਲੈਕਟੋਰਲ ਬੌਂਡ ਵਾਲਾ ਫੈਸਲਾ ਸਭ ਤੋਂ ਵੱਡਾ ਪੁਆਇੰਟ ਹੈ ਜੀ। ਮਿਸਟਰ ਖੜਿਆਲ ਇੱਕ ਸਵਾਲ ਦਾ ਜਵਾਬ ਦੇ ਦਿਓ, ਫਿਰ ਮੈਂ ਬਾਕੀ ਕੋਲ ਜਾਣਾ। ਮਿਸਟਰ ਖੜਿਆਲ ਸਵਾਲ ਹੋ ਗਏ ਤੁਹਾਡੇ, ਮੇਰਾ ਪੁਆਇੰਟ ਤਾਂ ਮੇਰਾ ਇੱਕ ਸਵਾਲ ਦਾ ਜਵਾਬ ਤਾਂ ਦੇ ਦਿਓ। ਲੋ ਚੌਥੇ ਦਾ ਤੁਸੀਂ ਆਰਟੀਕਲ 370 ਵਾਪਸ ਲੈ ਕੇ, ਮੈਂ ਤੁਹਾਨੂੰ ਉਹੀ ਦੱਸ ਰਿਹਾ ਸਾਹਿਬ ਕਿ ਆਰਟੀਕਲ 370 ਦੇ ਤੁਹਾਨੂੰ ਮੈਂ ਜਵਾਬ ਦੇਤਾ। 2 ਚੀਜ਼ਾਂ ਜਿਹੜੀਆਂ ਜੰਮੂ ਕਸ਼ਮੀਰ ਦੇ ਲੋਕ ਮੰਗ ਰਹੇ ਆ, ਲੇਕਿਨ ਜਿਹੜੀ ਮੈਂ ਗੱਲ ਕਰ ਰਿਹਾ ਸੀ ਇਲੈਕਟੋਰਲ ਬੌਂਡ ਦੀ, ਇੱਕ ਗੱਲ ਕਹਿਣੀ ਹੈ ਸਿਰਫ ਇੱਕ ਲਾਈਨ, ਕਿ ਇਲੈਕਟੋਰਲ ਬੌਂਡ 'ਚ BJP ਨੇ ਆਰਡਰ ਆਉਣ ਤੋਂ ਬਾਅਦ ਕੀ ਕਿਹਾ
ਕਹਿੰਦੇ ਜੀ ਅਪਾਰਦਰਸ਼ਤਾ ਟਰਾਂਸਪੇਰੈਂਸੀ ਸੀਗੀ ਜੀ ਇਲੈਕਟੋਰਲ ਬੌਂਡ ਕਰਕੇ। ਮੈਨੂੰ ਇੰਨੀ ਗੱਲ ਦੱਸ ਦੇਣ ਕਿਵੇਂ ਸੀ, ਮੈਂ ਸਮਝਣਾ ਚਾਹਣਾ ਵਕੀਲ ਨੇ ਨਾਰੰਗ ਸਾਹਿਬ। ਚਲੋ ਠੀਕ ਹੈ, ਮੈਂ ਆ ਰਿਹਾ ਸਰ, ਇੱਕ ਛੋਟਾ ਮੈਂ ਤੁਹਾਡਾ ਬੋਲਣਾ ਸਰ, ਤੁਹਾਡੇ ਸਵਾਲ ਆ ਗਏ ਸਰ, ਦੱਸ ਦੇਣ ਉਦਾਹਰਨ ਦੇ ਤੌਰ ਤੇ ਤਾਂ ਕਿ ਲੋਕ ਵੀ ਸਮਝਣ ਕਿ ਇਹ ਕਹਿੰਦੇ ਆ ਕਿ ਸਾਨੂੰ ਕੋਈ ਡੋਨੇਸ਼ਨ ਦਵੇ, ਸਾਨੂੰ ਦੱਸਣਾ ਨਾ ਪਵੇ ਕੌਣ ਦੇ ਰਿਹਾ, ਲੇਕਿਨ ਦੇਸ਼ 'ਚ ਜੇ ਕੇਪੀ ਜੀ ਤੁਹਾਨੂੰ ਵੀ ਕੋਈ ਪੈਸਾ ਦਵੇ ਨਾ, ਮੈਨੂੰ ਕੋਈ ਪੈਸਾ ਦਵੇ, ਕਿ ਸਾਨੂੰ ਨਹੀਂ ਡਿਸਕਲੋਜ਼ ਕਰਨਾ ਪੈਂਦਾ। ਸੋ ਇਹ ਸਪੈਸ਼ਲ ਟ੍ਰੀਟਮੈਂਟ ਇਕੁਆਲਿਟੀ ਦੇ ਖਿਲਾਫ ਕਿਉਂ ਬੀਜੇਪੀ ਭਾਲਦੀ ਹੈ? ਚਲੋ ਮਿਸਟਰ ਖਡਿਆਲ, ਤੁਹਾਡੀ ਪਾਰਟੀ ਆਪ ਸਾਰਾ ਕੁਝ ਦੱਸ ਦੂਗੀ ਵੀ ਤੁਹਾਨੂੰ ਕਿੱਥੋਂ ਫੰਡਸ ਆਏ, ਕਿੱਥੋਂ ਜਿਹੜੇ ਮੈਂ ਹੁਣ ਤੁਹਾਨੂੰ ਉਹਦਾ ਵੀ ਜਵਾਬ ਦਿੰਨਾ ਹੈ। ਜਿੱਥੋਂ ਤੱਕ ਇਹ ਦੋ ਚੀਜ਼ਾਂ ਹੈ, ਇੱਕ ਤਾਂ ਸਟੇਟ ਬੈਂਕ ਆਫ ਇੰਡੀਆ ਕੋਲੇ ਸੀਗੀ ਜਾਣਕਾਰੀ ਕੌਣ ਡੋਨੇਸ਼ਨ ਕਰ ਰਿਹਾ ਹੈ, ਤੇ ਦੂਜਾ ਐਕਸੈਸ ਸੀਗੀ ਸਰਕਾਰ ਕੋਲੇ ਇਹ ਪਤਾ ਕਰਨ ਦੀ। ਤੇ ਜਿਹੜਾ 9191 ਕਰੋੜ ਰੁਪਇਆ ਹੈ ਉਹ ਚੋਂ 57% ਜਿਹੜੀ ਡੋਨੇਸ਼ਨ ਹੈ ਗਈ ਹੈ ਬੀਜੇਪੀ ਨੂੰ, ਨੰਬਰ 1। ਨੰਬਰ 2 ਕਿੰਨੇ ਪਰਸੈਂਟ ਗਈ ਹੈ? 57% ਤੁਹਾਡੇ ਕੋਲ ਕਿੰਨੀ ਹੈ? ਸਾਡੇ ਕੋਲੇ 10%। ਤੀਜਾ, ਅਸੀਂ ਤਾਂ ਬਹੁਤ ਪਹਿਲਾਂ ਦੇ ਕਹਿੰਦੇ ਆ ਕਰਪਟ ਸਿਸਟਮ ਹੈ, ਫਲॉड ਸਿਸਟਮ ਹੈ, देयरफॉर ਨੈਸ਼ਨਲ ਇਲੈਕਸ਼ਨ ਫੰਡ ਹੋਣਾ ਚਾਹੀਦਾ। ਤੇ ਸਾਡੀ ਵੀ ਛੱਡ ਦਿਓ, ਆਪੋਜੀਸ਼ਨ ਛੱਡ ਦਿਓ, ਦੇਸ਼ ਦੇ ਇੰਸਟੀਟਿਊਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਰਿਜ਼ਰਵ ਬੈਂਕ ਆਫ ਇੰਡੀਆ ਨੇ ਪਤਾ ਕੀ ਕਿਹਾ? ਰੈਟਰੋਗੇਟ ਸਟੈਪ ਹੈ, ਇਹਦੇ ਕਰਕੇ ਮਨੀ ਲਾਂਡਰਿੰਗ ਹੁੰਦੀ ਹੈ। ਆਰਬੀਆਈ ਨੇ ਕਿਹਾ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਠੀਕ ਹੈ, ਇੱਕ ਬ੍ਰੇਕ ਲੈ ਕੇ ਫੋਰਨ ਫੰਡਿੰਗ ਆ ਰਹੀ ਹੈ ਪੋਲੀਟੀਕਲ ਪਾਰਟੀਆਂ। ਚਲੋ ਇੱਕ ਬ੍ਰੇਕ, ਬਾਵਜੂਦ ਡਟੇ ਰਹੇ ਆਪਣੇ ਸਟੈਂਡ ਤੇ। ਇੱਕ ਬ੍ਰੇਕ ਲੈ ਲਈਏ। ਹਾਲਾਂਕਿ ਐਸਬੀਆਈ ਨੂੰ ਵਕਤ ਦਿੱਤਾ ਗਿਆ ਤੇ ਉਸ ਵਕਤ ਦੇ ਵਿੱਚ ਐਸਬੀਆਈ ਨੂੰ ਸਭ ਕੁਝ ਦੱਸਣਾ ਪਵੇਗਾ। ਬਹੁਤ ਸਾਰੇ ਸਵਾਲ ਹੈ, ਪਰ ਇਹਨਾਂ ਸਵਾਲਾਂ ਦੇ ਵਿਚਾਲੇ ਸਵਾਲ ਵੱਡਾ ਹੈ ਕਿ ਕਾਂਗਰਸ ਇਹ ਸਵਾਲ ਚੁੱਕਦੀ ਪਈ ਹੈ ਕਿ ਜੰਮੂ ਕਸ਼ਮੀਰ ਕੀ ਚਾਹੁੰਦਾ ਪਿਆ ਤੇ ਆਰਟੀਕਲ 370 ਤੇ ਬਹਿਸ ਕਿਉਂ ਛੜੀ ਹੈ। ਉਹ ਸਾਰੇ ਸਵਾਲਾਂ ਦਾ ਜਵਾਬ ਲੈਣ ਲਈ ਅਸੀਂ ਬੈਠੇ ਹਾਂ। ਵਾਪਸ ਆ ਰਹੇ ਮੁੜ ਤੋਂ ਤੁਹਾਡਾ ਸਵਾਗਤ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਮਿਸ਼ਨ ਹੈਟ੍ਰਿਕ ਜੁਟੇ ਪ੍ਰਧਾਨ ਮੰਤਰੀ ਮੋਦੀ ਦੇ 400 ਪਾਰ ਵਾਲੇ ਗਣਿਤ ਦਾ ਫਾਰਮੂਲਾ ਕੀ ਹੈ? ਜਗਤਾਰ ਸਿੰਘ ਸੰਘੇੜਾ, ਤੁਹਾਡੀ ਵੀ ਕੌਮੀ ਪਾਰਟੀ ਆ, ਪਰ ਜਿਹੜਾ ਨਾਰਾ ਪ੍ਰਧਾਨ ਮੰਤਰੀ ਸਾਹਿਬ ਨੇ ਦਿੱਤਾ ਹੈ ਕਿ 370 ਬੀਜੇਪੀ ਲਈ ਤੇ 400 ਐਨਡੀਏ ਪਾਰ, ਸੰਘੇੜਾ ਸਾਹਿਬ ਜਦੋਂ ਇਹ ਜ਼ਿਕਰ ਕਰਦੇ ਆ ਤਾਂ ਨਾਲ ਆਰਟੀਕਲ 370 ਦਾ ਵੀ ਜ਼ਿਕਰ ਕਰਦੇ ਆ, ਤੁਹਾਡਾ ਟੇਕ ਸਰ? केपी सिंह जी ਕਹਿਣ ਨੂੰ ਤਾਂ ਪ੍ਰਧਾਨ ਮੰਤਰੀ ਸਾਹਿਬ ਕੁਝ ਵੀ ਕਹਿ ਸਕਦੇ ਆ, ਕਹੀ ਵੀ ਜਾ ਰਹੇ ਆ, ਕਰੀ ਵੀ ਜਾ ਰਹੇ ਆ। ਕਈ ਚੀਜ਼ਾਂ ਜਿਹੜੀਆਂ ਦੇਸ਼ ਦੇ ਹਿੱਤ ਵਿੱਚ ਨਹੀਂ ਹੈ, ਨੁਕਸਾਨਦਾਇਕ ਨੇ। 400 ਸੀਟਾਂ ਹੀ ਜੇ ਐਨਡੀਏ ਨੇ ਇਹਨਾਂ ਦੇ ਗੱਠਜੋੜ ਨੇ ਲੈ ਜਾਣੀਆਂ ਆ, ਤੇ ਪੰਜਾਬ ਤੋਂ 13 ਸੀਟਾਂ ਸਾਡੀਆਂ ਪੱਕੀਆਂ ਆ, ਇੱਕ ਚੰਡੀਗੜ੍ਹ ਦੀ ਵੀ ਪੱਕੀ ਆ, ਦਿੱਲੀ ਦੀਆਂ ਸੀਟਾਂ ਵੀ ਸਾਡੀਆਂ ਪੱਕੀਆਂ। ਇਹਦਾ ਮਤਲਬ ਫਿਰ ਰੀਜਨਲ ਪਾਰਟੀ ਜਿਹੜੀਆਂ ਹੈ, ਕਾਂਗਰਸ ਦੀ ਵੀ ਬਾਅਦ ਚ ਗੱਲ ਆਉਂਦੀ ਆ, ਰੀਜਨਲ ਪਾਰਟੀ ਜਿਹੜੀਆਂ ਹੈਗੀਆਂ ਉਹਨਾਂ ਦੀ ਹੋਰ ਕਿਸੇ ਦੀ ਕੋਈ ਸੀਟ ਨਹੀਂ ਹੋਣੀ। ਵੈਸਟ ਬੰਗਾਲ ਹੋ ਗਿਆ, ਹੋਰ ਕੇਰਲ ਹੋ ਗਿਆ, ਬਾਕੀ ਥਾਵਾਂ ਤੇ ਹੋ ਗਿਆ, ਤਾਮਿਲਨਾਡੂ ਹੋ ਗਿਆ। ਦਿੱਤੀਆਂ ਨੇ 143 ਬਾਕੀਆਂ ਲਈ ਨਹੀਂ, ਜਿਹੜਾ ਇਹਨਾਂ ਦੇ ਨਹੀਂ ਸ਼ਾਮਲ, ਉਹ ਦੂਸਰੇ ਪਾਸੇ ਮੈਂ ਗੱਲ ਕਰ ਰਿਹਾ ਨਾ, ਇੰਡੀਆ ਗੱਠਜੋੜ ਵੀ ਹੈਗਾ ਆ, ਜਿਹੜੀਆਂ ਉਹਦੇ ਚ ਪਾਰਟੀਆਂ ਹੈਗੀਆਂ, ਇਹਦਾ ਮਤਲਬ ਉਹਨਾਂ ਦੀ ਹੋਰ ਕਿਸੇ ਦੀ ਕੋਈ ਸੀਟ ਨਹੀਂ ਹੋਣੀ ਹੈਗੀ। ਸਰ ਕਿੰਨੀਆਂ ਪਾਰਟੀਆਂ ਹੈਗੀਆਂ ਸੰਘੇੜਾ ਸਾਹਿਬ ਇੰਡੀਆ ਗੱਠਜੋੜ ਚ? ਹਾਂ, ਬਾਕੀ ਆਧਾਰ ਦੀ ਮੈਂ ਗੱਲ ਕਰਦਾ। ਇਹਨਾਂ ਨੇ ਕੀ ਕੀਤਾ ਹੈ? ਨਾਰੰਗ ਜੀ ਨੇ, ਐਡਵੋਕੇਟ ਨੇ, ਬੜੇ ਸੁਲਝੇ ਹੋਏ ਵਿਅਕਤੀ ਨੇ, ਦੇਖੋ ਸਿਰਫ ਦੋ ਗੱਲਾਂ ਕੀਤੀਆਂ, ਰਾਮ ਮੰਦਿਰ ਤੇ ਧਾਰਾ 370। ਰਾਮ ਮੰਦਿਰ ਜਿਹੜਾ ਆ ਉਹਦੀ ਮਨੌਤ ਜਿਹੜੀ ਹੈ ਸਾਰਿਆਂ ਚ ਹੀ ਆ, ਸਾਰੇ ਲੋਕਾਂ ਚ, ਪੰਜਾਬ ਚ ਵੀ ਆ, ਪੰਜਾਬੀਆਂ ਚ ਵੀ ਆ, ਬਾਕੀ ਵੀ ਇੰਡੀਆ ਚ ਆ। ਉਹਦੇ ਤੇ ਪ੍ਰਧਾਨ ਮੰਤਰੀ ਸਾਹਿਬ ਕਿੱਦਾਂ ਆਪਣਾ ਠੱਪਾ ਲਾ ਕੇ ਉਸ ਬੇਸ ਤੇ ਕਿੱਦਾਂ ਵੋਟ ਮੰਗ ਰਹੇ ਨੇ? ਧਰਮ ਨਿਰਪੱਖਤਾ ਜਿਹੜੀ ਆ ਉਹ ਇਨਸਾਨ ਦੀ ਰੂਹ ਚ ਹੋਣੀ ਚਾਹੀਦੀ ਹੈ। ਇਨਸਾਨੀਅਤ ਇਸ ਗੱਲ ਦੀ ਡਿਮਾਂਡ ਕਰਦੀ ਹੈ, ਮੀਨਸ ਸਭ ਧਰਮਾਂ ਦਾ ਬਰਾਬਰ ਸਤਿਕਾਰ। ਜੇ ਗੱਲ ਕਰਨੀ ਹੈ ਬੀਜੇਪੀ ਨੇ, ਇਹਨਾਂ ਨੂੰ ਕਰਨੀ ਚਾਹੀਦੀ ਆ, ਇਹਨਾਂ ਨੇ ਰੁਜ਼ਗਾਰ ਕਿੰਨਾ ਦਿੱਤਾ, ਇਹਨਾਂ ਨੇ ਸਕੂਲ ਕਿੰਨੇ ਬਣਾਏ, ਇਹਨਾਂ ਨੇ ਹਸਪਤਾਲ ਕਿੰਨੇ ਬਣਾਏ, ਸਿੱਖਿਆ, ਸਿਹਤ ਸਹੂਲਤਾਂ, ਰੁਜ਼ਗਾਰ, ਇਹ ਬੁਨਿਆਦੀ ਚੀਜ਼ਾਂ ਨੇ। ਮਹਿੰਗਾਈ ਨੇ ਤਾਂ ਲੋਕਾਂ ਦਾ ਲੱਕ ਤੋੜ ਦਿੱਤਾ। ਇਹ ਸ਼ਾਸਨ ਦੀ ਗੱਲ ਕਰਦੇ ਨੇ ਨਾਰੰਗ ਸਾਹਿਬ, ਇਹ ਕੁਸ਼ਾਸਨ ਸੀਗਾ ਪਿਛਲੇ ਸਾਲਾਂ 'ਚ। ਇਹ ਕਰਪਸ਼ਨ ਦੀ ਗੱਲ ਕਰਦੇ ਨੇ, ਉਹਨਾਂ ਤੇ ਕਰਪਸ਼ਨ ਲਫ਼ਜ਼ ਬਹੁਤ ਛੋਟਾ ਹੈ, ਜਿਨ੍ਹਾਂ ਨੇ ਦੇਸ਼ ਹੀ ਵੇਚ ਦਿੱਤਾ। ਦੱਸਣ ਤਾਂ ਸਹੀ ਕਿਹੜੀ ਚੀਜ਼ ਛੱਡੀ ਹੈ। ਸਿਲੰਡਰ ਕਿੰਨੇ ਗੁਣਾ ਹੋ ਗਿਆ ਕੇਪੀ ਸਿੰਘ ਜੀ? ਰਸੋਈ ਦੀ ਹਾਲਤ ਦੇਖੋ, ਤੁਸੀਂ ਰਸੋਈ ਦੀ ਹਾਲਤ ਦੇਖੋ। ਇਹਨਾਂ ਨੇ ਆਮ ਲੋਕਾਂ ਦਾ, ਆਮ ਆਦਮੀ ਦਾ ਕੀ ਸੰਘੇੜਾ ਸਾਹਿਬ ਤੁਸੀਂ ਸਵਾਲ ਬੜੇ ਵਾਜਬ ਚੁੱਕੇ ਆ। ਸੰਘੇੜਾ ਸਾਹਿਬ ਮੈਨੂੰ ਇੱਕ ਚੀਜ਼ ਦੱਸ ਦਿਓ, ਲੋਕ ਰਾਮ ਮੰਦਿਰ ਦੇ ਨਾਂ ਤੇ ਵੋਟਾਂ ਪਾਉਣਗੇ, ਆਰਟੀਕਲ 370 ਦੇ ਨਾਂ ਤੇ ਵੋਟਾਂ ਪਾਉਣਗੇ, ਜਾਂ ਰੁਜ਼ਗਾਰ, ਮਹਿੰਗਾਈ ਦੇ ਮੁੱਦਿਆਂ ਤੇ ਵੋਟ ਪਾਉਣਗੇ? ਸਰ ਇੰਡੀਆ ਦਾ ਵੋਟਰ ਬਹੁਤ ਸਿਆਣਾ ਆ। ਇੰਡੀਆ ਭਰ ਦੇ ਵਿੱਚ ਕਿਸਾਨ ਤਰਾਹ ਕਰਦਾ ਆ, ਉਹਨਾਂ ਦੀਆਂ ਵੀ ਵੋਟਾਂ ਹੈਗੀਆਂ। ਇੰਡੀਆ ਭਰ ਦੇ ਵਿੱਚ ਮਜ਼ਦੂਰ ਜਿਹੜਾ ਆ ਉਹਦੀ ਇਨਕਮ ਹੋਰ ਘਟੀ ਹੈ, ਗਰੀਬੀ ਦੀ ਰੇਖਾ ਤੋਂ ਲੋਕਾਂ ਦੀ ਗਿਣਤੀ ਹੋਰ ਵਧੀ ਹੈ। ਜਿਹੜੀ ਮਹਿੰਗਾਈ ਦੇ ਨਾਲ ਗਰੀਬਾਂ ਦਾ ਬਿਲਕੁਲ ਇੱਕ ਝੂਮਰ ਨਿਕਲ ਗਿਆ ਆ, ਉਹਨਾਂ ਨੇ ਵੋਟਾਂ ਪਾਉਣੀਆਂ ਆ। ਦੇਖੋ, ਸਭ ਤੋਂ ਪਹਿਲਾਂ ਭੇਟ, ਉਸ ਤੋਂ ਬਾਅਦ ਤਨ ਢਕਣਾ,
ਔਰ ਉਸ ਤੋਂ ਬਾਅਦ ਸਿੱਖਿਆ ਤੇ ਜਿਹੜੀ ਸਿਹਤ ਆ ਉਹ ਵੈਸੇ ਸਭ ਤੋਂ ਪਹਿਲਾਂ ਆਉਂਦੀ ਆ, ਪਰ ਜਿਨ੍ਹਾਂ ਦੇ ਪੱਲੇ ਇਹੀ ਨਹੀਂ ਕੁਛ ਹੋਊਗਾ, ਸਰਕਾਰ ਬਾਹ ਨਹੀਂ ਫੜੂਗੀ, ਤਾਂ ਉਹ ਕਿੱਥੋਂ ਸਰਵਾਈਵ ਕਰਨਗੇ। ਸੋ ਵੋਟ ਤਾਂ ਵੋਟਰ ਇੰਡੀਆ ਦਾ ਬਹੁਤ ਸਿਆਣਾ ਹੈ, ਸਾਰਿਆਂ ਮੁੱਦਿਆਂ ਨੂੰ ਧਿਆਨ 'ਚ ਰੱਖ ਕੇ ਵੋਟ ਪਾਉਣੀ ਆ ਵੋਟਰ ਨੇ, ਪਰ ਸਾਡੀ ਲੋੜਾਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਮਨੁੱਖ ਦੀਆਂ, ਉਹ ਵੀ ਜ਼ਰੂਰੀ ਹੈ। ਨਾਲੇ ਉਹਦੇ ਵਿੱਚ ਆਰਟੀਕਲ 370 ਦਾ ਜਿਹੜਾ ਕ੍ਰੈਡਿਟ ਲੈ ਰਹੀ ਹੈ ਸਰਕਾਰ, ਤੁਸੀਂ ਉਸ ਦਾਅਵੇ ਨੂੰ ਖਾਰਜ ਕਰ ਦਿਓ ਮਿਸਟਰ ਸੰਘੇੜਾ? ਨਹੀਂ, ਦੇਖੋ ਅਸੀਂ ਕਿਸੇ ਵੀ ਮੁੱਦੇ ਤੇ, ਇੱਕ ਮੁੱਦੇ ਤੇ ਜਿੱਥੇ ਲੋਕਾਂ 'ਚ ਵੰਡੀ, ਜਿਹੜੇ ਮੁੱਦੇ ਨੂੰ ਲੋਕਾਂ 'ਚ ਵੰਡੀਆਂ ਪਾਉਣ ਲਈ ਵਰਤਿਆ ਜਾਵੇ ਨਾ, ਅਸੀਂ ਉਹਦੇ ਤੇ ਬਹੁਤੀ ਬਹਿਸ ਨਹੀਂ ਕਰਦੇ ਹੁੰਦੇ। ਅਸੀਂ ਇੱਕ ਛੋਟੀ ਜਿਹੀ ਪਾਰਟੀ ਆ, ਰਾਸ਼ਟਰ ਪੱਧਰ ਦੀ ਪਾਰਟੀ ਆ। ਜਮਹੂਰੀਅਤ ਕਿੱਦਾਂ ਮਜ਼ਬੂਤ ਹੁੰਦੀ ਹੈ, ਬਾਬਾ ਸਾਹਿਬ ਅੰਬੇਦਕਰ ਦਾ ਲਿਖਿਆ ਹੋਇਆ ਸੰਵਿਧਾਨ ਕਿੱਦਾਂ ਮਜ਼ਬੂਤ ਹੁੰਦਾ ਆ, ਕਿਹੜਾ ਵਿਅਕਤੀ ਉਹਦੇ ਤੇ ਕਿੰਨਾ ਪਹਿਰਾ ਦਿੰਦਾ ਆ, ਇਹ ਜ਼ਿਆਦਾ ਮਹੱਤਵਪੂਰਨ ਗੱਲਾਂ ਆ। ਬੀਜੇਪੀ ਨੇ, ਕੇਂਦਰ ਸਰਕਾਰ ਨੇ ਸੰਵਿਧਾਨ ਦਾ ਗਲਾ ਘੁੱਟਿਆ ਆ, ਚਾਹੇ ਉਹ ਦਿੱਲੀ ਦੇ ਵਿੱਚ ਐਲਜੀ ਰਾਹੀਂ, ਚਾਹੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਲ ਐਂਡ ਵੋਇਡ ਕਰਨ ਲਈ ਜਿਹੜਾ ਆ ਉਹ ਪਹਿਲਾਂ ਆਰਡੀਨੈਂਸ ਜਾਰੀ ਕਰਤਾ, ਫਿਰ ਐਕਟ ਪਾਸ ਕਰਤਾ। ਸਭ ਤੋਂ ਵੱਡੀ ਚੀਜ਼ ਤਾਂ ਜਮਹੂਰੀਅਤ ਦੀ ਬਹਾਲੀ ਹੈ। ਔਰ ਉਹਦੇ ਨਾਲ ਜਿਹੜੀਆਂ ਤੁਸੀਂ ਆਰਟੀਕਲ 370 ਦਾ ਜ਼ਿਕਰ ਕਰਦੇ ਹੋ ਸੰਘੇੜਾ ਸਾਹਿਬ, ਇਹ ਜਿੱਤ ਜਾਂਦੇ ਆ, ਮੈਂ ਹੁਣ ਵੀ ਕਹਿ ਦਿੰਦਾ, ਜੇ ਇਹ ਜਿੱਤ ਜਾਂਦੇ ਆ ਨਾ, ਇਹਨਾਂ ਨੇ ਅਗਲੀ ਇਲੈਕਸ਼ਨ ਨਹੀਂ ਕਰਾਉਣੀ। ਭਾਰਤੀ ਜਨਤਾ ਪਾਰਟੀ ਤੋਂ ਜਮਹੂਰੀਅਤ ਨੂੰ ਖਤਰਾ ਆ, ਉਹਨੂੰ ਬਚਾਉਣ ਲਈ ਜਿਹੜਾ ਦੇਸ਼-ਵਾਸੀ ਵੋਟ ਪਾਉਣਗੇ, ਦੇਸ਼-ਵਾਸੀ ਠੀਕ ਹੈ ਸੰਘੇੜਾ ਸਾਹਿਬ ਹੁਣ ਰੁਕ ਜਾਓ ਸਰ, ਰੁਜ਼ਗਾਰ, ਸਿੱਖਿਆ, ਸਹੂਲਤਾਂ ਨੂੰ ਵੋਟ ਪਾਉਣਗੇ, ਜਿਹੜੀ ਆ ਇਨਸਾਨੀਅਤ ਨੂੰ ਵੋਟ ਪਾਉਣਗੇ। ਸੰਘੇੜਾ ਸਾਹਿਬ ਰੁਕ ਜਾਓ ਪਲੀਜ਼ ਸਰ, ਰੁਕ ਜਾਓ ਸਰ। ਆਰਟੀਕਲ 370 ਦੇ ਵਿਚਾਲੇ ਜਮਹੂਰੀ ਦਾ ਸਵਾਲ ਤੁਹਾਨੂੰ ਠੀਕ ਲੱਗਦਾ ਚੁੱਕਣਾ ਜਾਂ ਨਹੀਂ ਸਰ? ਦੇਖੋ ਤੁਸੀਂ ਨਾ ਕੇਪੀ ਸਿੰਘ ਜੀ ਉਸੇ ਹੀ ਗੱਲ ਤੇ ਦੁਬਾਰਾ ਆ ਰਹੇ ਹੋ, ਜਿੱਦਾਂ ਮਤਲਬ ਇਹ ਕੋਈ ਮੁੱਦਾ ਛੇੜ ਲੈਂਦੇ ਆ ਬੀਜੇਪੀ ਵਾਲੇ, ਫਿਰ ਦੂਜੇ ਲੀਡਰਾਂ ਨੂੰ ਕਹਿਣਗੇ ਕਿ ਤੁਸੀਂ ਇਹਦੇ ਤੇ ਬੋਲੋ, ਉਹਨੂੰ ਇਸ ਲੈਵਲ ਤੱਕ ਉਭਾਰ ਦੇਣਗੇ ਜਿਹਦੇ ਨਾਲ ਲੋਕਾਂ 'ਚ ਵੰਡੀਆਂ ਪੈਣ। ਛੱਡ ਦਿੰਦੇ ਆਪਾਂ ਸੰਘੇੜਾ ਸਾਹਿਬ, ਛੱਡ ਦਿੰਦੇ ਤੁਹਾਡੀ ਗੱਲ ਮੰਨ ਲੈਂਦੇ। ਮਿਸਟਰ ਭੁੱਲਰ, ਜਦੋਂ ਪ੍ਰਧਾਨ ਮੰਤਰੀ 370 ਦਾ ਦਾਅਵਾ ਕਰਦੇ ਆ, ਨਾਲ ਆਰਟੀਕਲ 370 ਦਾ ਜ਼ਿਕਰ ਕਰਦੇ ਆ, ਅਕਾਲੀ ਦਲ ਦਾ ਸਟੈਂਡ ਕੀ ਹੈ ਸਰ, ਉਸ ਤੇ ਟੇਕ ਕੀ ਹੈ ਅਕਾਲੀ ਦਲ ਦਾ? ਕੇਪੀ ਸਿੰਘ ਜੀ ਦਾਅਵਾ ਤੇ ਸਾਰੇ ਹੀ ਕਰਦੇ, ਸੰਘੇੜਾ ਸਾਹਿਬ ਵੀ ਕਰ ਰਹੇ ਨੇ ਦਾਅਵਾ ਵੀ 13 ਇੱਥੋਂ ਆਣੀਆਂ, 7 ਉੱਥੋਂ ਆਣੀਆਂ, ਨਹੀਂ ਉੱਥੋਂ ਆਣੀਆਂ। ਮੈਂ ਕਿਹਾ ਜੇ ਇਸ ਤਰ੍ਹਾਂ ਦਾਅਵਾ ਕਰਨਗੇ, ਕੇਜਰੀਵਾਲ ਸਾਹਿਬ ਤੇ ਸਾਰੇ ਹਿੰਦੁਸਤਾਨ 'ਚ ਦਾਅਵਾ ਕਰਦੇ ਵੀ ਸਾਰੀਆਂ ਸੀਟਾਂ ਹੀ ਉਹਨਾਂ ਨੂੰ ਆ ਜਾਣੀਆਂ। ਇਸ ਕਰਕੇ ਦਾਅਵੇ ਆਪਣੀ ਜਗ੍ਹਾ ਤੇ ਨੇ, ਜਿਹੜੀ ਐਕਚੁਅਲ ਪੋਜੀਸ਼ਨ ਆਏਗੀ ਜਦੋਂ ਇਲੈਕਸ਼ਨ ਹੋਏਗੀ ਉਹ ਸਾਰੀ ਸਾਹਮਣੇ ਆ ਜਾਏਗੀ। ਦਾਅਵਾ ਕਰਨ ਨੂੰ ਤਾਂ ਅਸੀਂ ਵੀ ਕਹਿੰਦੇ ਆ ਵੀ ਅਸੀਂ ਪੰਜਾਬ ਦੀਆਂ 13 ਸੀਟਾਂ ਲੜਾਂਗੇ, ਜਿੱਤਾਂਗੇ, ਔਰ ਚੰਡੀਗੜ੍ਹ ਦੀ ਵੀ ਜਿੱਤਾਂਗੇ। ਉਹਦੇ ਨਾਲ ਅਸੀਂ ਆਲੇ ਦੁਆਲੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ, ਅਸੀਂ ਉੱਥੇ ਜਿਹੜੇ ਲੋਕ ਖੜੇ ਕਰਾਂਗੇ, ਉਹਨਾਂ 'ਚੋਂ ਜਿੱਤਾਂਗੇ ਅਸੀਂ। ਮਤਲਬ ਦਾਅਵੇ ਜਿਹੜੇ ਨੇ, ਹਰ ਪਾਰਟੀ ਦਾ ਆਪਣਾ ਅਧਿਕਾਰ ਹੈ, ਹਰ ਲੀਡਰ ਦਾ ਆਪਣਾ ਅਧਿਕਾਰ ਹੈ ਦਾਅਵਾ ਕਰਨਾ ਕਿ ਮੈਂ ਜਿਹੜਾ ਹੈਗਾ ਇੰਨੀ ਮਿਹਨਤ ਕਰ ਰਿਹਾ, ਮੇਰਾ ਇੰਨਾ ਅੰਕੜਾ ਲੈ ਕੇ ਜਾ ਸਕਦਾ ਹੈ। ਮੈਂ ਛੋਟਾ ਜਿਹਾ ਇੱਕ ਚੀਜ਼ ਦੱਸ ਦਿੰਦਾ ਕਿ ਜਦੋਂ ਕੋਈ ਸਟੂਡੈਂਟ, ਕੋਈ ਬੱਚਾ ਐਗਜ਼ਾਮ ਵਾਸਤੇ ਤਿਆਰੀ ਕਰਦਾ ਹੈ, ਤੇ ਉਦੋਂ ਉਹਦੀ ਤਿਆਰੀ ਇਹੀ ਹੁੰਦੀ ਹੈ ਕਿ 100 ਦੇ ਵਿੱਚੋਂ ਦੀ ਮੈਂ 100 ਨੰਬਰ ਲੈ ਕੇ ਜਾਣੇ ਆ, ਚਾਹੇ ਬਾਅਦ 'ਚ 75 ਹੋਣ। ਕਈ ਵਾਰੀ ਬੰਦਾ ਬਿਲਕੁਲ ਲਾਸਟ ਉੱਤੇ ਜਾ ਕੇ ਪਾਸ ਹੁੰਦਾ ਹੈ, ਤੇ ਕਈ ਵਾਰੀ ਫੇਲ ਵੀ ਹੋ ਜਾਂਦਾ ਹੈ। ਇਸ ਕਰਕੇ ਕੋਈ ਉਹ ਨਹੀਂ ਕਿ ਜੇ ਕਹਿਤਾ ਦਾਅਵਾ ਕਰਤਾ ਤੇ ਉਹਦੇ ਨਾਲ 370 ਹੀ ਆ ਗਈਆਂ ਨੇ, 400 ਤੋਂ ਪਾਰ ਹੋ ਗਏ। ਪਰ ਠੀਕ ਹੈ, ਜਿਸ ਤਰ੍ਹਾਂ ਸੰਘੇੜਾ ਸਾਹਿਬ ਦਾਅਵੇ ਕਰ ਰਹੇ ਨੇ, ਕੇਜਰੀਵਾਲ ਸਾਹਿਬ ਕਰ ਰਹੇ ਨੇ, ਬਾਕੀ ਵੀ ਕਰ ਰਹੇ ਦਾਅਵੇ, ਅਸੀਂ ਵੀ ਕਰ ਰਹੇ। ਚਲੋ 370 ਦੇ ਨਾਲ ਜਦੋਂ ਆਰਟੀਕਲ 370 ਦਾ ਜ਼ਿਕਰ ਕਰਦੇ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਨਾ ਭੁੱਲਰ ਸਾਹਿਬ? ਸਾਨੂੰ ਕਾਹਦਾ ਇਤਰਾਜ਼ ਹੋਣਾ ਜੀ? ਮੈਨੂੰ ਤਾਂ ਇਹ ਨਹੀਂ ਸਮਝ ਲੱਗੀ ਸੰਘੇੜਾ ਸਾਹਿਬ ਵੀ ਇਸ ਗੱਲੋਂ ਕਿਉਂ ਭੱਜਦੇ ਫਿਰਦੇ ਨੇ, ਜਦੋਂ ਕਿ ਇਹਨਾਂ ਨੇ ਸਪੋਰਟ ਕੀਤੀ ਸੀ ਉਸ ਟਾਈਮ। ਦੇਖੋ ਸਾਡੀ ਲੜਾਈ ਜਿਹੜੀ ਹੈ, ਇੱਕ ਮਿੰਟ ਸੰਘੇੜਾ ਸਾਹਿਬ, ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ, ਠੀਕ ਹੈ ਨਾ, ਕਿਉਂਕਿ ਬਾਰ-ਬਾਰ ਤੁਸੀਂ ਇਸ ਗੱਲ ਨੂੰ 370 ਨੂੰ ਪੁੱਛ ਰਹੇ ਹੋ, ਤੇ ਮੈਨੂੰ ਲੱਗਦਾ ਹੈ ਕਿ ਠੀਕ ਹੈ, ਜਿਹੜੀ ਚੀਜ਼ ਉਹਨਾਂ ਨੇ ਕੀਤੀ ਹੈ, ਜਿਹੜਾ ਇੰਨੇ ਟਾਈਮ ਤੋਂ ਇੱਕ ਮਸਲਾ ਲਟਕਿਆ ਹੋਇਆ ਸੀਗਾ, ਔਰ ਹੱਲ ਹੋਇਆ, ਚੰਗਾ ਕੀਤਾ ਨਾ ਐਨਡੀਏ ਸਰਕਾਰ ਨੇ, ਚੰਗਾ ਕੀਤਾ ਨਾ ਆਰਟੀਕਲ 370 ਦਾ ਕਰਕੇ ਫੈਸਲਾ। ਅਸੀਂ ਤਾਂ ਮਾੜਾ ਕਿਹਾ ਹੀ ਨਹੀਂ ਕਦੀ ਜੀ। ਅੱਛਾ, ਕਿਉਂਕਿ ਜੋ ਹਾਲਾਤ ਉੱਥੇ ਘੱਟ ਗਿਣਤੀਆਂ ਦੇ ਸੀਗੇ, ਔਰ ਜੋ 370 ਦੇ ਵਿੱਚ ਘੱਟ ਗਿਣਤੀਆਂ ਦੇ ਅਗੇਂਸਟ ਜਾਂਦਾ ਸੀ ਸਾਰਾ ਕੁਝ, ਘੱਟੋ ਘੱਟ ਉਹਨਾਂ ਨੂੰ ਉੱਥੇ VOTING ਰਾਈਟ ਮਿਲਿਆ, ਉੱਥੇ ਨੌਕਰੀਆਂ ਦਾ ਰਾਈਟ ਮਿਲਿਆ, ਉੱਥੇ ਕੰਮ ਕਰਨ ਦਾ ਰਾਈਟ ਮਿਲਿਆ। ਚਲੋ ਜਿਹੜਾ ਸਟੇਟਹੁੱਡ ਰੀਸਟੋਰ ਕਰਨ ਦੀ ਗੱਲ ਹੈ, ਅਕਾਲੀ ਦਲ ਦਾ ਉਹਦੇ ਸਟੈਂਡ ਕੀ ਹੈ? ਦੇਖੋ ਸਟੇਟਹੁੱਡ ਰਿਸਟੋਰ ਕਰਨਾ ਚਾਹੀਦਾ, ਅਸੀਂ ਤਾਂ ਆਲਰੇਡੀ ਫੈਡਰਲ ਢਾਂਚੇ ਦੇ ਬਿਲਕੁਲ ਹੱਕ 'ਚ ਹੈ, ਇਲੈਕਸ਼ਨ ਕਰਾਉਣੀ ਚਾਹੀਦੀ ਹੈ, ਔਰ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ। ਚਾਹੇ ਅੱਜ ਕਿਸਾਨੀ ਦਾ ਮਸਲਾ ਚੱਲ ਰਿਹਾ, ਚਾਹੇ ਸਾਡੇ ਪੰਜਾਬ ਸਰਕਾਰ ਦੀਆਂ ਬਰੂਹਾਂ ਦੇ ਉੱਤੇ ਬੈਠੇ ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਦਾ ਮਸਲਾ ਚੱਲ ਰਿਹਾ, ਚਾਹੇ ਸੰਗਰੂਰ ਦੀਆਂ ਬਰੂਹਾਂ ਤੇ ਬੈਠੇ ਹੋਏ ਜਿਹੜੇ ਕਿਸਾਨ ਨੇ ਉਹਨਾਂ ਦੇ ਮਸਲੇ ਚੱਲ ਰਹੇ ਨੇ, ਜਿੱਥੇ ਬੈਰੀਕੇਡ ਲਾ ਕੇ ਡਾਂਗਾਂ ਭਰਾਈਆਂ ਜਾਂਦੀਆਂ।
ਚਲੋ ਚਾਹੇ ਅਧਿਆਪਕ ਨੇ, ਚਾਹੇ ਮੈਂ ਆ ਰਿਹਾ ਸਰ, ਹੋਰ ਲੋਕ ਨੇ, ਮੈਂ ਇੱਕ ਸਵਾਲ ਉਹਨਾਂ ਹੋਰ ਦੇ break ਮਸਲੇ ਹੱਲ ਕਰਨੇ ਚਾਹੀਦੇ ਆ। ਮੈਂ ਬ੍ਰੇਕ ਲੈਣੀ ਭੁੱਲ ਰਿਹਾ ਸਾਹਿਬ, ਇੱਕ ਸਵਾਲ ਦਾ ਜਵਾਬ ਦਿਓ ਫਿਰ ਮੈਂ ਬ੍ਰੇਕ ਲਊਂਗਾ। ਇਹ ਜਿਹੜਾ 400 ਦਾ ਦਾਵਾ, ਉਹਨਾਂ 'ਚ ਤੁਸੀਂ ਹੈਗੇ ਹੋ ਸਰ ਜਾਂ ਨਹੀਂ? ਗੱਲ ਇਸ ਤਰ੍ਹਾਂ ਹੈ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਹਰ ਇੱਕ ਦੇ ਆਪਣੇ ਆਪਣੇ ਦਾਅਵੇ ਨੇ। ਮੈਂ ਤੁਹਾਨੂੰ ਆਪਣਾ ਦਾਅਵਾ ਦੱਸਤਾ ਜਿਸ ਤਰ੍ਹਾਂ ਸੰਘੇੜਾ ਸਾਹਿਬ ਨੇ ਨਹੀਂ ਕੀਤਾ ਹੈ। ਮੈਂ ਮੇਰਾ ਸਵਾਲ ਨਹੀਂ ਤੁਸੀਂ ਸਮਝੇ ਸਰ। ਉਹਨਾਂ ਨੇ ਕਿਹਾ ਐਨਡੀਏ 400 ਪਾਰ, ਤੁਸੀਂ ਉਹਦੇ ਵਿੱਚ ਹੈਗੇ ਹੋ, ਐਗਜ਼ਿਸਟ ਕਰਦੇ ਹੋ ਜਾਂ ਨਹੀਂ ਸਰ? ਤੁਹਾਨੂੰ ਲੱਗਦਾ ਕਿ ਇਸ ਟਾਈਮ ਅਸੀਂ ਐਗਜ਼ਿਸਟ ਕਰ ਰਹੇ ਹਾਂ ਉਹਦੇ ਵਿੱਚ? ਨਹੀਂ ਮੈਂ ਪੁੱਛ ਰਿਹਾ ਸਰ, ਮੈਂ ਪੁੱਛ ਅਸੀਂ ਰਿਹਾ। ਪਾਰਲੀਮੈਂਟ ਤੋਂ ਐਗਜ਼ਿਸਟ ਕਰਾਂਗੇ। अच्छा चलो एक छोटा ब्रेक तो वापस आऊंगे, सवाल बहुत सारे हैं, पूछूंगा सारे, वापस आ रहे हैं। एक और फिर तुहाडा स्वागत करते हैं। तो बड़ा सवाल असीं पुछ रहे हैं, मिशन हैट्रिक जुटे प्रधानमंत्री मोदी के 400 पार वाले गणित का फार्मूला की है। नारंग साहब जो प्रधानमंत्री साहब दावा करते हैं, चाहे रवाड़ी हो झाबूआ हो, उत्थे खजाने के गफे भी दे रहे हैं, नाल उनका जिक्र नहीं हो रहा गा। ये स्टेटमेंट का जिक्र हो रहा नारंग साहब, जो ये स्टेटमेंट का जिक्र होंदा तो उदों तुहाडे कोल सवाल अपोजिशन पुछदी पई है, कांग्रेस पुछदी पई है कि स्टेट होल्ड रीस्टोर ते तुहाडा स्टैंड की है, उत्थे इलैक्शन कराउण ते तुहाडा स्टैंड की है सर? केपी जी खड़ियाल साहब ਨੂੰ ਵੈਸੇ ਤਾਂ ਸਾਰੀ ਜਾਣਕਾਰੀ ਹੈ, ਪਰ ਕਈ ਵਾਰੀ ਕੋਰਟ ਦੇ ਫੈਸਲੇ ਅੱਧੇ ਦੱਸਦੇ ਨੇ ਅਤੇ ਦੱਸਦੇ ਨਹੀਂ ਹੈਗੇ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਪੋਸੀਬਲੀ ਤੁਸੀਂ ਸਤੰਬਰ ਅਕਤੂਬਰ ਤੱਕ ਉੱਥੇ ਸਟੇਟਹੁੱਡ ਬਹਾਲ ਕਰਨ ਦੀ ਅਸੈਂਬਲੀ ਇਲੈਕਸ਼ਨ ਕਰਾਉਣ ਦੀ ਕੋਸ਼ਿਸ਼ ਕਰੋ। ਇਲੈਕਸ਼ਨ ਕਮਿਸ਼ਨ ਨੂੰ ਗਵਰਨਮੈਂਟ ਨੂੰ ਕਿਹਾ, ਉਹ ਸਰਕਾਰ ਉਸ ਦਿਸ਼ਾ 'ਚ ਕੰਮ ਕਰ ਰਹੀ ਆ। ਹੁਣ ਦੂਸਰੀ ਖੜਿਆਲ ਸਾਹਿਬ ਨੇ ਗੱਲ ਕੀਤੀ ਵੀ ਲੋਕਤੰਤਰ ਦਾ ਘਾਣ ਹੋ ਗਿਆ। ਲੋਕਤੰਤਰ ਦਾ ਘਾਣ ਚੰਡੀਗੜ੍ਹ ਦੇ ਇਲੈਕਸ਼ਨ ਦੇ ਵਿੱਚ ਚੰਡੀਗੜ੍ਹ ਦੀ ਜਨਤਾ ਨੇ ਦੇਖਿਆ। ਦੋ ਵਿਪਰੀਤ ਧਾਰਾ ਵਾਲੇ ਲੋਕ ਜਿਹੜੇ ਇੱਕ ਦੂਸਰੇ ਦੇ ਖਿਲਾਫ ਇਲੈਕਸ਼ਨ ਲੜ ਕੇ ਆਏ ਸੀ, ਸਿਰਫ ਇੱਕ ਮੇਅਰ ਦੀ ਕੁਰਸੀ ਤੇ ਸੱਤਾ ਦੇ ਲਾਲਚ ਲਈ ਸਾਰੇ ਸਵਾਰਥਾਂ ਨੂੰ ਛੱਡ ਕੇ ਸਾਰੇ ਆਪਣੇ ਇੱਕ ਦੂਜੇ ਦੇ ਨਾਲ ਇਕੱਠੇ ਹੋ ਗਏ। ਹੁਣ ਆਪਾਂ ਗੱਲ ਕਰਦੇ ਹਾਂ ਸੰਘੇੜਾ ਸਾਹਿਬ ਦੀ ਪਾਰਟੀ ਦੀ। ਮੈਂ ਸੰਘੇੜਾ ਸਾਹਿਬ ਨੂੰ ਇੱਕ ਸਵਾਲ ਪੁੱਛੂੰਗਾ। ਅੱਜ ਤੋਂ 10 ਸਾਲ ਪਹਿਲਾਂ ਕੇਜਰੀਵਾਲ ਸਾਹਿਬ ਕਾਂਗਰਸ ਦੇ ਸਾਰੇ ਨੇਤਾਵਾਂ ਨੂੰ ਭ੍ਰਸ਼ਟ ਕਹਿੰਦੇ ਸੀ। ਅੱਜ ਉਹਨਾਂ ਦੇ ਨਾਲ ਖੜੇ ਹੋ ਕੇ ਉਹਨਾਂ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦਿੰਦੇ ਨੇ। क्या संघेड़ा जी ये दस सकते हो कि 10 साल पहला झूठ बोलते थे कि अज झूठ बोल रहे हैं? दूसरा तुसी गल करते हो भी जमहूरीयत दी केजरीवाल साहब दी, क्या आम आदमी पार्टी को कोई ऐसा काबल नेता नहीं हैगा कि 10 साल तो एक ही आदमी आम आदमी पार्टी का कन्वीनर आ? ऐसी क्या मजबूरी है आम आदमी पार्टी की? और तुसी सुपने दिखाते हो मुंगेरी लाल के हसीन सपने। नारा साहब प्रधानमंत्री साहब स्टेटमेंट दिंदे आ करप्शन दे उत्ते, तुसी उहनां दा जिक्र भी करदे पे हो नाल, ते परिवारवाद दे उत्ते वार-वार स्टेटमेंट दे नारा साहब। जिहड़ा सवाल तुसी संघेड़ा साहब नूं पुछ रहे हो, जे तुहानूं सवाल कीता जावे सर, जिहड़े लीडर नूं तुसी करप्ट कहंदे सी, तुसी आपदी पार्टी जां एनडीए च शामिल नहीं कर ले सर? कोई कीता इहो जिहा? मैनूं केपी जी किसी का नाम दे दो, मैं तुहानूं नाम दे नाल जवाब दूंगा। एक स्टेट तो एलीगेशन लांदे सी। नहीं अपोजिशन इल्जाम लाउंदी है, गलत लाउंदी है। मुकुल रॉय नारायण मैं कह रहा कि इन्हां दा तां जन्म ही कांग्रेस पार्टी नूं खत्म करके होया। अज किहड़े मूंह दे नाल उहनां दे झोली च गिरे होए ने? संघेड़ा साहब बोलना चाह रहे, नारा साहब आप सुन लिए। हाँ संघेड़ा साहब बोलो सर। देखो ना ਤਾਂ ਅਸੀਂ ਕਿਸੇ ਦੀ ਝੋਲੀ 'ਚ ਗਿਰੇ ਆ, ਨਾ ਕਾਂਗਰਸ ਸਾਡੀ ਝੋਲੀ 'ਚ ਗਿਰੀ ਆ। ਇਹ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਹੈ ਜੋ ਸੰਵਿਧਾਨ ਦੇ ਬਿਲਕੁਲ ਅਨੁਕੂਲ ਹੈ। ਅਸੀਂ ਸਪਸ਼ਟ ਤੌਰ ਤੇ ਦੱਸ ਚੁੱਕੇ ਹਾਂ ਕਿ ਫਾਸ਼ੀਵਾਦੀ ਪਾਰਟੀ ਹੈ ਬੀਜੇਪੀ। ਜੇ ਇਹ ਇਸ ਵਾਰ ਵੀ ਪਾਵਰ 'ਚ ਆ ਗਏ, ਇਹਨਾਂ ਨੇ ਸੰਵਿਧਾਨ ਨੂੰ ਤੇ ਦੇਸ਼ ਦੀ ਜਮਹੂਰੀਅਤ ਨੂੰ ਇਰਰਿਪੇਅਰੇਬਲ ਲਾਸ ਕਰਨਾ ਆ, ਨਾ ਪੂਰਾ ਹੋਣ ਵਾਲਾ ਘਾਟਾ ਪਾ ਦੇਣਾ, ਦੇਸ਼ ਬਰਬਾਦ ਹੋ ਜਾਊਗਾ। ਇਹਨਾਂ ਨੇ ਹੁਣ ਵੀ ਸਾਰੇ ਮੁਲਕ ਇੱਕ ਇੱਕ ਚੀਜ਼ ਕਰਕੇ ਵੇਚ ਦਿੱਤੀ ਆ ਤੇ ਜਮਹੂਰੀਅਤ ਨੂੰ, ਸੰਵਿਧਾਨ ਨੂੰ ਖਤਰਾ ਆ ਇਹਨਾਂ ਤੋਂ। ਜਮਹੂਰੀਅਤ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ ਕੇਜਰੀਵਾਲ ਤੋਂ। ਕਾਮਨ ਮਿਨੀਮਮ ਪ੍ਰੋਗਰਾਮ ਹੈ, ਕੋਈ ਪਾਰਟੀਆਂ ਦਾ ਮਰਜਰ ਨਹੀਂ ਹੋਇਆ। ਨਾਰੰਗ ਸਾਹਿਬ ਤੁਸੀਂ ਟਵਿਸਟ ਨਾ ਕਰੋ ਗੱਲ ਨੂੰ। ਜਿਹੜਾ ਭ੍ਰਿਸ਼ਟ ਹੈਗਾ, ਜਿਹੜਾ ਓਨੈਸਟ ਹੈਗਾ, ਉਹ ਹੈਗਾ ਆ। ਉਹ ਮੁੱਦੇ ਇਹਨਾਂ ਤੋਂ ਬਾਅਦ ਚਾਹੁੰਦੇ ਆ। ਪਹਿਲਾਂ ਦੇਸ਼ ਨੂੰ ਬਚਾਉਣਾ, ਪਹਿਲਾਂ ਸੰਵਿਧਾਨ ਨੂੰ ਬਚਾਉਣਾ, ਪਹਿਲਾਂ ਜਮਹੂਰੀਅਤ ਨੂੰ ਬਚਾਉਣਾ ਆ। ਜੇ ਢਾਂਚਾ ਹੀ ਆਪਣਾ ਤਹਿਸ ਨਹਿਸ ਹੋ ਗਿਆ ਤਾਂ ਫਿਰ ਕੀ ਬਣੇਗਾ? ਸੋ ਉਸ ਕਾਮਨ ਮਿਨੀਮਮ ਪ੍ਰੋਗਰਾਮ ਵਾਸਤੇ ਕਾਂਗਰਸ ਨਾਲ ਗੱਠਜੋੜ ਹੈਗਾ। ਇਕੱਲਾ ਕਾਂਗਰਸ ਨਾਲ ਹੀ ਨਹੀਂ, 28 ਪਾਰਟੀਆਂ ਦਾ ਗੱਠਜੋੜ ਹੈ। ਸੋ ਕੋਈ ਕਿਸੇ ਦੀ ਝੋਲੀ 'ਚ ਨਹੀਂ ਗਿਰਿਆ, ਸਪਸ਼ਟ ਤੌਰ ਤੇ ਦਿਸਦਾ ਆ। ਔਰ ਇਹਦੇ ਤੋਂ ਬੀਜੇਪੀ ਘਬਰਾਈ ਪਈ ਹੈ। ਸੰਘੇੜਾ ਸਾਹਿਬ ਬੀਜੇਪੀ ਘਬਰਾਈ ਪਈ ਹੈ। ਸੰਘੇੜਾ ਸਾਹਿਬ ਬੀਜੇਪੀ ਤਾਂ ਘਬਰਾ ਗਈ ਹੈ। ਠੀਕ ਕਹਿ ਰਹੇ ਹੋ ਤੁਸੀਂ ਸੰਘੇੜਾ ਸਾਹਿਬ ਬੀਜੇਪੀ ਤਾਂ ਘਬਰਾ ਗਈ। ਮੈਨੂੰ ਇੱਕ ਚੀਜ਼ ਦੱਸ ਦਿਓ, ਤੁਹਾਡਾ ਪੰਜਾਬ ਤੇ ਦਿੱਲੀ 'ਚ ਅਲਾਈਅੰਸ ਹੈਗਾ ਸਰ? ਪੰਜਾਬ ਤੇ ਦਿੱਲੀ 'ਚ ਮਤਲਬ ਨਹੀਂ ਹੈਗਾ। ਅਸੀਂ ਕਿਉਂਕਿ ਗੱਲ ਪਤਾ ਕੀ ਹੈ, ਮੈਂ ਜਿਹੜੀ ਗੱਲ ਪਹਿਲਾਂ ਦੱਸੀ ਹੈ, ਪੰਜਾਬ 'ਚ ਅਸੀਂ ਇਕੱਲੇ ਹੀ ਸਮਰੱਥ ਹਾਂ ਬੀਜੇਪੀ ਨੂੰ ਭਾਂਜ ਦੇਣ ਦੇ।
ਬੀਜੇਪੀ ਦਾ ਇੱਥੇ ਬਹੁਤਾ ਆਧਾਰ ਹੈ ਨਹੀਂਗਾ, ਜਿੰਨਾ ਕੁ ਹੈਗਾ ਉਹ ਵੀ ਇਹਨਾਂ ਦਾ ਖਤਮ ਹੋ ਚੁੱਕਾ ਹੈ। ਜਿੱਦਾਂ ਇਹ ਕਿਸਾਨਾਂ ਤੇ ਤਸ਼ੱਦਦ ਕਰ ਰਹੇ ਆ, ਪੰਜਾਬੀਆਂ ਨੂੰ ਕਦੀ ਇਹਨਾਂ ਨੇ ਕੋਈ ਦਿੱਤਾ ਹੀ ਨਹੀਂ ਫੰਡ, ਈਵਨ ਆਰਡੀਐਫ ਵੀ ਰੋਕ ਕੇ ਬੈਠੇ ਆ, ਈਵਨ ਅਸੈਂਬਲੀ ਤੋਂ ਜਿਹੜੇ ਬਿੱਲ ਪਾਸ ਕਰਨੇ ਸੀ ਉਹਨਾਂ ਤੇ ਵੀ ਸੁਪਰੀਮ ਕੋਰਟ ਤੱਕ ਜਾਣਾ ਪੈਂਦਾ ਹੈ, ਈਵਨ ਬਜਟ ਪਾਸ ਕਰਨ ਲਈ ਵੀ ਸੁਪਰੀਮ ਕੋਰਟ ਤੱਕ ਜਾਣਾ ਪੈਂਦਾ ਹੈ। ਜਦੋਂ ਆਮ ਆਦਮੀ ਪਾਰਟੀ ਇਕੱਲੇ ਹੀ 13 ਸੀਟਾਂ ਪੰਜਾਬ 'ਚ ਜਿੱਤ ਸਕਦੀ ਹੈ ਤਾਂ ਪੰਜਾਬ ਦੀ ਕਾਂਗਰਸ ਨਾਲ ਸਾਨੂੰ ਸਮਝੌਤਾ ਕਰਨ ਦੀ ਲੋੜ ਨਹੀਂ ਹੈ। ਸਾਡਾ ਤੱਕ ਠੀਕ ਭੁੱਲਰ ਸਾਹਿਬ ਜਿਹੜਾ ਵਾਰ-ਵਾਰ ਆਪੋਜੀਸ਼ਨ ਇਹ ਸਵਾਲ ਕਰਦੀ ਪਈ ਹੈ, ਤੁਸੀਂ ਆਪੋਜੀਸ਼ਨ 'ਚ ਹੋ ਵੈਸੇ ਭੁੱਲਰ ਸਾਹਿਬ, ਜਮਹੂਰੀਅਤ ਦਾ ਕਤਲ ਹੋ ਰਿਹਾ, ਇਹਨਾਂ ਦੀ ਸਟੇਟਮੈਂਟ ਸਹੀ ਹੈ ਭੁੱਲਰ ਸਾਹਿਬ? ਇਹ ਦੇਖੋ, ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਸੀਂ ਫੈਡਰਲਿਜ਼ਮ ਦੇ ਬਿਲਕੁਲ ਹੱਕ 'ਚ ਹੈ, ਔਰ ਜਿਹੜਾ ਇਲੈਕਸ਼ਨ ਹੈ ਹੋਣੀ ਚਾਹੀਦੀ ਹੈ। ਲੋਕਾਂ ਨੂੰ ਜਮਹੂਰੀਅਤ ਦਾ ਜਿਹੜਾ ਇੱਕ ਹੱਕ ਹੈ ਉਹ ਮਿਲਣਾ ਚਾਹੀਦਾ ਹੈ। ਇਲੈਕਸ਼ਨ ਕਿਉਂਕਿ ਮਾਹੌਲ ਅਗਰ ਉੱਥੇ ਕ੍ਰੀਏਟ ਹੋ ਗਿਆ ਜਿਹੜਾ ਅਸੀਂ 373 ਹਟਾ ਲਈ, ਉਸ ਤੋਂ ਬਾਅਦ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਇਲੈਕਸ਼ਨ ਦਾ। ਅਸੀਂ ਤੇ ਕਹਿੰਦੇ ਨੇ ਵੀ ਨਹੀਂ ਦੇਣਾ ਚਾਹੀਦਾ, ਲੇਕਿਨ ਗੱਲ ਉਹੀ ਆ ਜਾਂਦੀ ਹੈ ਕਿ ਜਮਹੂਰੀਅਤ ਦਾ ਕਤਲ ਕਿੱਥੇ ਨਹੀਂ ਹੋ ਰਿਹਾ, ਕਿ ਪੰਜਾਬ 'ਚ ਨਹੀਂ ਹੋ ਰਿਹਾ। ਜਿਹੜਾ ਮਾੜਾ ਜਿਹਾ ਬੋਲਦਾ ਚੱਕ ਕੇ ਤੁਸੀਂ ਉਹਨੂੰ ਅੰਦਰ ਕਰ ਦਿੰਦੇ ਹੋ, ਪਰਚੇ ਝੂਠੇ ਪਾ ਦਿੰਦੇ ਹੋ, ਪਰਿਵਾਰਾਂ ਤੱਕ ਦੇ ਉੱਤੇ, ਮਾਵਾਂ ਭੈਣਾਂ ਦੇ ਤੱਕ ਦੇ ਉੱਤੇ ਪਰਚੇ ਦੇ ਦਿੰਦੇ ਤੁਸੀਂ, ਤੇ ਇਹ ਜਮਹੂਰੀਅਤ ਦਾ ਕਤਲ ਨਹੀਂ? ਕੀ ਜਮਹੂਰੀਅਤ ਦਾ ਕਤਲ ਇਹ ਨਹੀਂ ਵੀ ਈਡੀ ਤੁਹਾਨੂੰ ਵਾਰੰਟ ਤੇ ਵਾਰੰਟ ਦੇਈ ਜਾਂਦੀ ਹੈ, ਬੁਲਾ ਰਹੀ ਹੈ, ਇਨਵੀਟੇਸ਼ਨ ਦੇ ਰਹੀ ਵੀ ਆਓ ਆਪਣਾ ਆ ਕੇ ਮਤ ਰੱਖੋ, ਤੇ ਤੁਸੀਂ ਭੱਜੇ ਫਿਰਦੇ ਹੋ, ਕਿਤੇ ਆ ਕੇ ਕਿੱਧਰ ਲੁਕ ਜਾਂਦੇ ਹੋ, ਕਦੀ ਕਿੱਧਰ ਲੁਕ ਜਾਂਦੇ ਹੋ। ਇਹ ਜਮਹੂਰੀਅਤ ਦਾ ਕਤਲ ਨਹੀਂ। ਚਲੋ ਇਹ ਭੁੱਲਰ ਸਾਹਿਬ ਇੱਕ ਮਿੰਟ, ਸੰਘੇੜਾ ਸਾਹਿਬ ਇੱਕ ਮਿੰਟ, ਭੁੱਲਰ ਸਾਹਿਬ ਬੀਜੇਪੀ ਤੁਹਾਨੂੰ ਆਪੋਜੀਸ਼ਨ ਮੰਨਦੀ ਹੈ? ਨਹੀਂ, ਗੱਲ ਸੁਣੋ, ਇਹਦੇ ਬੀਜੇਪੀ ਵਾਲਿਆਂ ਨੂੰ ਪੁੱਛੋ, ਤੁਸੀਂ ਵੀ ਆਪੋਜੀਸ਼ਨ ਮੰਨਦੇ ਕਿ ਨਹੀਂ ਮੰਨਦੇ? ਸਵਾਲ ਗਲਤ ਹੈ, ਪੁੱਛ ਲਿਆ ਭੁੱਲਰ ਸਾਹਿਬ, ਮੈਂ ਨਾ ਗਲਤ ਸਵਾਲ ਪੁੱਛ ਲਿਆ ਭੁੱਲਰ ਸਾਹਿਬ। ਨਾਰਾ ਸਾਹਿਬ ਇੱਕ ਮਿੰਟ, ਨਾਰਾ ਸਾਹਿਬ ਇੱਕ ਸਵਾਲ ਲੈ ਲਓ ਸਰ। ਨਾਰਾ ਸਾਹਿਬ ਤੁਸੀਂ ਕਿਸਾਨਾਂ ਨੂੰ ਆਦਾ ਵੋਟ ਬੈਂਕ ਮੰਨਦੇ ਹੋ ਸਰ, ਜਾਂ ਕਿਸਾਨਾਂ ਨੂੰ ਅੰਨਦਾਤਾ ਮੰਨਦੇ ਹੋ ਸਰ? ਦੇਖੋ, ਜਿਹੜਾ ਪੰਜਾਬ ਦੀ ਸਾਰੀ ਜਨਤਾ ਵਾ ਉਹ ਸਾਡੇ, ਅਸੀਂ ਉਹਨਾਂ ਦੀ ਸੇਵਾ ਲਈ ਆ। ਕਿਸਾਨ ਸਾਡਾ ਅੰਨਦਾਤਾ ਆ, ਉਹਨਾਂ ਦੀ ਸਮੱਸਿਆਵਾਂ ਨੂੰ ਅਸੀਂ ਸੁਲਝਾ ਰਹੇ ਆ। ਮੈਂ ਤੁਹਾਨੂੰ ਇੱਕ ਸਵਾਲ ਬੜਾ ਛੋਟਾ ਜਿਹਾ ਕੇਪੀ ਜੀ ਕਹੇ, ਤੁਸੀਂ ਸੰਘੇੜਾ ਸਾਹਿਬ ਨੂੰ ਪੁੱਛਿਆ ਨਹੀਂ ਕਿ ਕੇਜਰੀਵਾਲ ਸਾਹਿਬ 10 ਸਾਲ ਪਹਿਲਾਂ ਝੂਠ ਬੋਲਦੇ ਸੀਗੇ ਕਿ ਅੱਜ ਝੂਠ ਬੋਲ ਰਹੇ ਆ? ਨਹੀਂ, ਇਹੀ ਸਵਾਲ ਪੁੱਛਣਾ, ਸੇਮ ਪੁੱਛਣਾ, ਮੈਂ ਪੁੱਛ ਲੈਣਾ। ਅੱਜਕੱਲ ਸੋਸ਼ਲ ਮੀਡੀਆ ਤੇ ਨਾ ਦੋ ਤਰ੍ਹਾਂ ਦੇ ਕਾਰਟੂਨ ਆਉਂਦੇ ਨੇ, 10 ਸਾਲ ਪਹਿਲੇ ਵਾਲਾ ਕੇਜਰੀਵਾਲ, ਅੱਜ ਵਾਲਾ ਕੇਜਰੀਵਾਲ। ਨਾਰਾ ਸਾਹਿਬ ਮੈਂ ਪੁੱਛ ਰਿਹਾ, ਸੰਘੇੜਾ ਸਾਹਿਬ ਤੁਸੀਂ ਇਹਨਾਂ ਦੇ ਸਵਾਲ ਦਾ ਜਵਾਬ ਦੇਣਾ ਚਾਹੁੰਦੇ ਹੋ? ਮੈਂ ਪਹਿਲਾਂ ਜਵਾਬ ਦੇ ਚੁੱਕਾ ਹਾਂ ਇਹਨਾਂ ਨੂੰ ਕਿ ਜੋ ਸਵਾਲ ਬੜਾ ਸਿੱਧਾ ਆ, ਜਿਹੜਾ ਭ੍ਰਿਸ਼ਟਾਚਾਰ ਕਾਂਗਰਸ ਨੇ ਕੀਤਾ, ਅਸੀਂ ਤਾਂ ਨੰਗੇ ਕਰ ਰਹੇ ਹਾਂ ਉਸ ਗੱਲ ਨੂੰ। ਅਸੀਂ ਉਹਨਾਂ ਦੇ ਮੁਕੱਦਮੇ ਦਰਜ ਕੀਤੇ ਆ, ਨੈਸ਼ਨਲ ਲੈਵਲ ਤੇ ਉਹਨਾਂ ਦੇ ਨੈਸ਼ਨਲ ਲੀਡਰ ਤੇ ਐਲੀਗੇਸ਼ਨ ਲਗਾਉਂਦੇ ਸੀ, ਕਿਆ ਉਹ ਝੂਠ ਸੀ ਜਾਂ ਜੋ ਅੱਜ ਉਹਨਾਂ ਨਾਲ ਖੜੇ ਉਹ ਝੂਠ ਆ? ਬੀਜੇਪੀ ਨੇ ਨਹੀਂ, ਨਾਰੰਗ ਸਾਹਿਬ, ਬੀਜੇਪੀ ਨੇ ਜਿਹੜਾ ਐਨਡੀਏ ਬਣਾਇਆ ਆ, ਉਹ ਕਿਹੜੇ ਸੰਵਿਧਾਨ ਤਹਿਤ ਬਣਾਇਆ? ਚਾਈਨਾ ਦੇ ਸੰਵਿਧਾਨ ਤਹਿਤ, ਪਾਕਿਸਤਾਨ ਦੇ ਸੰਵਿਧਾਨ ਤਹਿਤ? ਮੈਂ ਆਪਣੇ ਸਵਾਲ ਦਾ ਜਵਾਬ ਦਊਂਗਾ। ਕਾਮਨ ਮਿਨੀਮਮ ਪ੍ਰੋਗਰਾਮ ਹੈ, ਰਲੇਵਾਂ ਥੋੜੀ ਹੈ। ਚਲੋ, ਕਾਮਨ ਮਿਨੀਮਮ ਪ੍ਰੋਗਰਾਮ ਹੈ। ਮੈਂ ਇੱਕ ਹੋਰ ਬ੍ਰੇਕ ਲੈ ਲਵਾਂ, ਇੱਕ ਹੋਰ ਬ੍ਰੇਕ ਐਡ ਕਰ ਲਿਓ। ਮੈਂ ਹਾਂ ਬੋਲੋ ਸਾਹਿਬ, ਫਟਾਫਟ ਬੋਲੋ। ਗੱਲ ਇਹ ਹੈ ਕੇਪੀ ਜੀ, ਇੱਕ ਤਾਂ ਮੈਨੂੰ ਲੱਗਦਾ ਵੀ ਕਾਂਗਰਸ ਵਾਲਿਆਂ ਨੂੰ ਤੇ ਹੁਣ ਸੰਘੇੜਾ ਸਾਹਿਬ ਨੂੰ ਕਰੈਕਟ ਕਰ ਲੈਣਾ ਚਾਹੀਦਾ ਹੈ, ਕਿਉਂਕਿ ਨਿਤਿਸ਼ ਕੁਮਾਰ ਜੀ ਵੀ ਚਲੇ ਗਏ, ਮਮਤਾ ਜੀ ਵੀ ਕਹਿੰਦੇ ਮੈਂ ਆਪ ਹੀ ਲੜੂੰਗੀ, ਅੱਜ ਫਰੂਖੁੱਲਾ ਸਾਹਿਬ ਨੇ ਕਹਿਤਾ ਅਸੀਂ ਆਪੇ ਲੜਨ ਦੇ ਸਮਰਥ ਹੈ, ਤੇ ਇਹ ਵੀ ਕਹਿੰਦੇ ਅਸੀਂ ਆਪੇ ਲੜਨ ਦੇ ਸਮਰਥ ਹੈ। ਤੇ ਮੈਨੂੰ ਲੱਗਦਾ ਨਹੀਂ ਵੀ ਹੁਣ 28 ਦੀ ਗਿਣਤੀ ਰਹਿ ਗਈ ਹੈ, ਗਿਣਤੀ ਹੈ। ਔਰ ਜਿਹੜਾ ਕਾਂਗਰਸ ਨੇ ਸਰਵੇ ਕਰਾਇਆ ਉਹ 'ਚ 100 ਸੀਟਾਂ ਦਾ ਸਰਵੇ ਆਇਆ ਇਹਨਾਂ ਦਾ ਆਪਣਾ ਹੀ, ਤੁਸੀਂ ਉਹ ਤੋਂ ਅੰਦਾਜ਼ਾ ਲਾ ਸਕਦੇ ਹੋ। ਗਿਣਤੀ ਵਾਲਾ ਅੱਜ ਦਾਅਵੇ ਕਰ ਰਹੀ ਹੈ 400 ਤੋਂ ਉੱਪਰ ਦੇ, ਇਸੇ ਕਰਕੇ ਕਰ ਰਹੀ ਹੈ ਕਿਉਂਕਿ ਇਹਨਾਂ ਨੇ ਦਾਅਵੇ ਜਿਹੜੇ ਨੇ ਖਤਮ ਨੇ। ਚਲੋ, ਤੁਸੀਂ ਕਾਂਗਰਸ ਦੇ ਇੰਟਰਨਲ ਸਰਵੇ ਦੀ ਗੱਲ ਕੀਤੀ ਹੈ ਭੁੱਲਰ ਸਾਹਿਬ, ਮੈਂ ਸਵਾਲ ਲਵਾਂਗਾ ਤੁਹਾਡਾ, ਲਵਾਂਗਾ ਜੋ ਇੱਕ ਛੋਟਾ ਬ੍ਰੇਕ ਲਵਾਂਗੇ, ਫਿਰ ਤੋਂ ਵਾਪਸ ਆਵਾਂਗੇ। ਕਾਂਗਰਸ ਦੇ ਇੰਟਰਨਲ ਸਰਵੇ ਤੇ ਸਵਾਲ ਆ ਗਿਆ, ਤੇ ਜੋ ਸਵਾਲ ਇਹ ਆ ਗਿਆ ਤਾਂ ਫਿਰ ਵਾਪਸ ਆ ਕੇ ਪੁੱਛੂੰਗਾ ਜ਼ਰੂਰ। ਮੁੜ ਤੋਂ ਤੁਹਾਡਾ ਸਵਾਗਤ। ਤੇ ਵੱਡਾ ਸਵਾਲ ਅਸੀਂ ਪੁੱਛ ਰਹੇ, ਮਿਸ਼ਨ ਹੈਟ੍ਰਿਕ ਜੁਟੇ ਪ੍ਰਧਾਨ ਮੰਤਰੀ ਮੋਦੀ ਦੇ 400 ਪਾਰ ਵਾਲੇ ਗਣਿਤ ਦਾ ਫਾਰਮੂਲਾ ਕੀ ਹੈ? ਮਿਸਟਰ ਖੜਿਆਲ, ਮਿਸਟਰ ਭੁੱਲਰ ਕਹਿ ਰਹੇ ਆ ਤੁਹਾਡਾ ਇੰਟਰਨਲ ਸਰਵੇ ਹੋਇਆ ਤੇ ਉਹਦੇ ਵਿੱਚ 100 ਸੀਟਾਂ ਵੀ ਤੁਹਾਨੂੰ ਮੁਸ਼ਕਲ ਆ। ਮੈਨੂੰ ਲੱਗਦਾ ਹੈ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਨੂੰ ਭੁਲੇਖਾ ਲੱਗ ਗਿਆ। ਉਹ ਸਰਵੇ ਸੀਗਾ ਭਾਰਤੀ ਜਨਤਾ ਪਾਰਟੀ ਦਾ, ਤੇ ਉਹ 'ਚ ਵੀ ਤੁਸੀਂ 100 ਸੀਟਾਂ ਜ਼ਿਆਦਾ ਕਹਿਤੀਆਂ ਬੀਜੇਪੀ ਲਈ, 40 ਤੇ ਕੰਮ ਨਿਬੜ ਜਾਣਾ। ਜਿਹੜੇ ਹਿਸਾਬ ਦੇ ਇਹਨਾਂ ਨੇ ਕੰਮ ਕੀਤੇ ਹੈ, 2014 ਦੀਆਂ ਜਿਹੜੀਆਂ ਗਰੰਟੀਆਂ ਸੀਗੀਆਂ, ਵਾਅਦੇ ਸੀਗੇ, ਉਹਦੇ ਲਈ ਯਾਤਰਾ ਕੱਢ ਰਹੇ ਹੈ ਵੀ ਲੋਕਾਂ ਤੱਕ ਸਕੀਮ ਲੈ ਜਾਈਏ 2024 ਦੇ ਵਿੱਚ 2014 ਦੇ ਵਾਅਦਿਆਂ ਲਈ। ਸੋ ਇੱਥੋਂ ਪਤਾ ਲੱਗ ਜਾਂਦਾ ਐਡਮਿਸ਼ਨ ਆਫ ਫੇਲੀਅਰ ਹੋ ਜਾਂਦਾ ਹੈ ਕਿ ਇਹਨਾਂ ਤੋਂ 10 ਸਾਲਾਂ 'ਚ ਹੋਇਆ ਕੁਛ ਨਹੀਂ। ਫਿਰ ਮੋਦੀ ਸਾਹਿਬ ਜਦੋਂ ਮੁੱਖ ਮੰਤਰੀ ਸੀਗੇ ਕਹਿੰਦੇ ਸੀ MSP ਲੀਗਲ ਗਰੰਟੀ ਦੇਵਾਂਗੇ। ਇਹਨਾਂ ਨੇ 6 ਵਾਅਦੇ ਕਰਕੇ ਕਿਸਾਨਾਂ ਨੂੰ ਘਰੇ ਭੇਜਿਆ ਸੀਗਾ।
ਅੱਜ ਹਰਿਆਣਾ ਜੋ ਸਾਡੇ ਹਰਿਆਣਾ ਦੀ ਪੁਲਿਸ ਆਫੀਸ਼ੀਅਲਸ ਪੰਜਾਬ ਦੇ ਕਿਸਾਨਾਂ ਦੇ ਨਾਲ ਕਰ ਰਹੀ ਹੈ, ਦੁਨੀਆ ਤੇ ਦੇਸ਼ ਦੇਖ ਰਿਹਾ ਹੈ, ਉਹਦੇ ਬਾਵਜੂਦ ਨਾ ਤਾਂ ਭਾਰਤੀ ਜਨਤਾ ਪਾਰਟੀ ਮਾਫੀ ਮੰਗ ਰਹੀ ਹੈ, ਨਾ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਹਰਿਆਣਾ ਦੇ ਪੁਲਿਸ ਆਫੀਸ਼ੀਅਲਸ ਤੇ ਪਰਚਾ ਦੇ ਰਹੀ ਹੈ। ਤਾਂ ਹੀ ਕਰਕੇ ਕੱਲ ਸਾਡੀ ਡੈਲੀਗੇਸ਼ਨ ਉੱਥੇ ਜਾ ਕੇ ਸੀਐਮ ਸਾਹਿਬ ਨੂੰ ਚਿੱਠੀ ਅਸੀਂ ਦਿੱਤੀ ਹੈ ਥਰੂ ਚੀਫ ਸੈਕਟਰੀ ਤੇ ਕਾਪੀ ਦਿੱਤੀ ਹੈ ਡੀਜੀਪੀ ਸਾਹਿਬ ਨੂੰ ਵੀ ਉਹ ਹਰਿਆਣਾ ਦੇ ਪੁਲਿਸ ਆਫੀਸ਼ੀਅਲਸ ਤੇ ਕਾਰਵਾਈ ਹੋਣੀ ਚਾਹੀਦੀ ਹੈ। ਸੀਐਮ ਦੀ ਸਟੇਟਮੈਂਟ ਹੈ, ਕਹਿੰਦੇ ਸੈਂਟਰ ਮਿਨਿਸਟਰ ਅੱਗੇ ਸਵਾਲ ਮੈਂ ਹੁਣ ਚੁੱਕੇ ਤੁਹਾਨੂੰ ਗਏ। ਕੀ ਚੀਜ਼ ਸੀਐਮ ਦੀ ਸਟੇਟਮੈਂਟ ਹੈ, ਸੈਂਟਰ ਮਿਨਿਸਟਰ ਅੱਗੇ ਸਵਾਲ ਚੁੱਕੇ ਗਏ ਆ ਕਿਸ ਚੀਜ਼ ਦਾ? ਹਰਿਆਣਾ ਪੁਲਿਸ ਬਾਰੇ। ਹੁਣ ਮੈਂ ਦੱਸਦਾ ਹਾਂ। ਸਵਾਲ ਚੱਕਣਾ ਸਫੀਸ਼ੀਐਂਟ ਨਹੀਂ ਹੈ। ਹਾਂ। ਸਫੀਸ਼ੀਐਂਟ ਕਿ ਸਵਾਲ ਨਾਲ ਉਹ ਜਿਹੜੇ ਕਿਸਾਨਾਂ ਦੀਆਂ ਅੱਖਾਂ ਗਈਆਂ ਉਹ ਠੀਕ ਹੋ ਜਾਣਗੀਆਂ, ਵਾਪਸ ਆ ਜਾਣਗੀਆਂ, ਅੱਖਾਂ ਦੀ ਰੋਸ਼ਨੀ ਆ ਜਾਊਗੀ, ਜਾਂ ਜਿਹੜੇ ਉਹ ਕਿਸਾਨਾਂ ਦੇ ਵਾਈਟਲ ਪਾਰਟਸ ਟਾਰਗੇਟ ਕੀਤੇ ਇਨਕਲੂਡਿੰਗ ਦੀ ਐਲਡਰਲੀ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ, ਮੀਡੀਆ ਸੀ ਉਹਨਾਂ ਦੇ ਵੀ ਆਪਣਾ ਸੱਟਾਂ ਵੱਜੀਆਂ ਤੇ ਕੀ ਇਹ ਗੱਲ ਕਰਕੇ ਇਹ ਸੱਜੂਗਾ? ਅਸੀਂ ਕਿਉਂ ਕਿਹਾ ਵੀ ਪਰਚਾ ਹੋਣਾ ਚਾਹੀਦਾ ਹੈ? ਜਿਹੜੀ ਵੜਿੰਗ ਸਾਹਿਬ ਨੇ ਉਹ ਚਿੱਠੀ ਦਿੱਤੀ ਹੈ ਉਹਦੇ ਵਿੱਚ ਲਿਖਿਆ ਹੈ ਵੀ ਅਨਿਲ ਵਿਜ ਹੋਮ ਮਿਨਿਸਟਰ ਹਰਿਆਣਾ ਤੇ ਪਰਚਾ ਹੋਣਾ ਚਾਹੀਦਾ ਹੈ, ਐਸਪੀ ਅੰਬਾਲਾ ਤੇ ਹੋਣਾ ਚਾਹੀਦਾ, ਤੇ ਜਿਹੜੇ ਪੁਲਿਸ ਆਫੀਸ਼ੀਅਲਸ ਇਨਵੋਲਵ ਸੀਗੇ ਤੇ ਮੈਂ ਆਮ ਆਦਮੀ ਪਾਰਟੀ ਨੂੰ ਪੁੱਛੂੰਗਾ ਕਿ ਇੱਕ ਤਾਂ ਹਜੇ ਤੱਕ ਪਰਚਾ ਹੋਇਆ ਕਿਉਂ ਨਹੀਂ, ਕਿ ਆਮ ਆਦਮੀ ਪਾਰਟੀ ਇਸ ਕਦਮ ਦੇ ਖਿਲਾਫ ਹੈ ਵੀ ਹੈ, ਜਾਂ ਫਿਰ ਮੇਰਾ ਸਵਾਲ ਹੈ ਕਿ ਤੁਸੀਂ ਹੈਂਡ ਇਨ ਗਲਵ ਤਾਂ ਨਹੀਂ ਖੱਟਰ ਸਰਕਾਰ ਨਾਲ? ਇੱਕ ਮਿੰਟ, ਖੱਟਰ ਸਰਕਾਰ ਨਾਲ ਪਿਛਲੇ ਸੈਗਮੈਂਟ में बोलिया नहीं कि जी, ਤੇ ਇਹ ਵੀ ਪੁੱਛੂੰਗਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈਗੀ ਹੈ ਜੇ ਪਰਚਾ ਕਰਨ ਦੇ ਹੱਕ ਚ ਹੈ ਤੇ ਕਦੋਂ ਤੱਕ ਹੋ ਜਾਊਗਾ? ਤੇ ਇੰਟਰਨੈਟ ਜਿਹੜਾ ਸਸਪੈਂਡ ਹੋਇਆ ਸੰਗਰੂਰ ਦੇ ਕੁਝ ਏਰੀਆਸ, ਪਟਿਆਲਾ ਦੇ ਕੁਝ ਏਰੀਆਸ ਚ ਤੇ ਫਤਿਹਗੜ੍ਹ ਸਾਹਿਬ ਦੇ ਕੁਝ ਏਰੀਆਸ ਚ, ਉਹ ਕਿਉਂ ਹੁਣ ਦਿੱਤਾ ਗਿਆ? ਤੇ ਕੀ ਆਮ ਆਦਮੀ ਪਾਰਟੀ ਦੀ ਸਰਕਾਰ, ਐਸਡੀ, ਬੀਜੇਪੀ ਤਿੰਨੋਂ ਇੱਕ ਸਿੱਕੇ ਦੇ ਤਿੰਨ ਪਹਿਲੂ ਵਰਗੇ ਨਜ਼ਰ ਆ ਰਹੇ? ਮੈਂ ਦੱਸਦਾ ਕਿਵੇਂ। ਇੱਕ ਮਿੰਟ, ਲਾਸਟ ਪੁਆਇੰਟ ਹੀ ਹੈ, ਫਾਰਮ ਲਾਜ਼ ਲੈ ਕੇ ਬੀਜੇਪੀ, ਸ਼੍ਰੋਮਣੀ ਅਕਾਲੀ ਦਲ ਨੇ ਬਣਾਤੀਆਂ ਅੱਖ ਚ ਵੀਡੀਓਜ਼, ਤੇ ਆਮ ਆਦਮੀ ਪਾਰਟੀ ਨੇ ਦਿੱਲੀ ਚ ਕਰਤਾ ਕਾਨੂੰਨ ਨੋਟੀਫਾਈ, ਤੇ ਉਦੋਂ ਕਾਂਗਰਸ ਸੀ ਇਕਲੌਤੀ ਪਾਰਟੀ ਜਿਹਨੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਸਾਡੇ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਜੌਬਸ ਦਿੱਤੀਆਂ, ਮੁਆਵਜ਼ਾ ਦਿੱਤਾ, ਤੇ ਐਂਟੀ ਫਾਰਮ ਬਿੱਲ, ਕ੍ਰਿਸ਼ੀ ਕਾਨੂੰਨ ਰੱਦ ਕਰਨ ਲਈ ਬਿੱਲ ਪਾਸ ਕੀਤਾ। ਮਿਸਟਰ ਸੰਘੇੜਾ, ਤੁਸੀਂ ਜਵਾਬ ਦੇਣਾ ਚਾਹੁੰਦੇ ਹੋ ਕਾਂਗਰਸ ਦੇ ਇਹਨਾਂ ਸਵਾਲਾਂ ਦਾ? ਪੰਜਾਬ ਵਿਰੋਧੀ, ਕਿਸਾਨ ਵਿਰੋਧੀ ਭ੍ਰਿਸ਼ਟਾਚਾਰ ਨਾਲ ਲਿਬੜੀ ਹੋਈ ਆ ਕਾਂਗਰਸ ਪਾਰਟੀ। ਪੰਜਾਬ ਦਾ ਯੂਨਿਟ ਜਿਹੜਾ ਇੱਕ ਤੋਂ ਬਾਅਦ ਇੱਕ ਬੰਦਾ, ਇਹਨਾਂ ਦਾ ਪੁਰਾਣੇ ਲੀਡਰ ਅੰਦਰ ਜਾ ਰਹੇ ਨੇ, ਉੱਪਰੋਂ ਇਹਨਾਂ ਕੋਲੋਂ ਰਿਕਵਰੀਜ਼ ਹੋ ਰਹੀਆਂ ਆ। ਇਹ ਮੈਂ ਤਾਂ ਹੈਰਾਨ ਆ ਖੜਿਆਲ ਸਾਹਿਬ ਤੋਂ, ਮੁੱਖ ਦੁਸ਼ਮਣ ਨੂੰ ਜਿਹੜਾ ਟਾਰਗੇਟ ਬਣਾਉਣ ਦੀ ਬਜਾਏ ਜਿਹੜੇ ਲੋਕ ਕਿਸਾਨਾਂ ਦੇ ਰੈਸਕਿਊ ਤੇ ਆ ਰਹੇ ਆ, ਅਮਲੀ ਰੂਪ ਵਿੱਚ ਮੁੱਖ ਮੰਤਰੀ ਸਾਹਿਬ ਗੱਲਬਾਤ ਕਰਵਾ ਰਹੇ ਆ, ਜ਼ੋਰਦਾਰ ਹਮਾਇਤ ਕਰ ਰਹੇ ਆ ਹਰ ਇੱਕ ਚੀਜ਼ ਦੇ ਵਿੱਚ, ਤੇ ਖੜਿਆਲ ਸਾਹਿਬ ਸਾਰਾ ਜ਼ੋਰ ਉਹਨਾਂ ਤੇ ਲਈ ਜਾਂਦੇ ਆ, ਹਰਿਆਣੇ ਨੂੰ ਪਾਸੇ ਹੀ ਕਰੀ ਜਾਂਦੇ ਆ। ਗੋਲੇ ਜਿਹੜੇ ਉਹਨਾਂ ਨੇ ਬਰਸਾਏ ਆ ਉਹਨਾਂ ਦਾ ਸਾਰਾ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸ ਦਾ ਤਾਂ ਜਦੋਂ ਵੀ ਸੂਤ ਲੱਗਿਆ ਇਹਨਾਂ ਨੇ ਪੰਜਾਬ ਨੂੰ ਛੋਟਾ ਕੀਤਾ, ਪੰਜਾਬ ਨੂੰ ਕਮਜ਼ੋਰ ਕੀਤਾ, ਪੰਜਾਬ ਨੂੰ ਟੁੱਟਿਆ, ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਨਹੀਂ ਲੈਣ ਦਿੱਤੀ, ਪੰਜਾਬ ਚੋਂ ਨਹਿਰ ਕੱਢ ਕੇ ਪਾਣੀ ਬਾਹਰ ਭੇਜਿਆ, ਸਿੱਖਾਂ ਦਾ ਤੇ ਪੰਜਾਬੀਆਂ ਦਾ ਮੰਦਿਰ ਢਾਇਆ। ਹਾਂਜੀ, ਸਭ ਤੋਂ ਵੱਧ ਇਹਨਾਂ ਨੇ ਆਮ ਲੋਕਾਂ ਕੋਲੇ ਨੁਕਸਾਨ ਕਰਵਾਇਆ। 2 ਪ੍ਰਧਾਨ ਮੰਤਰੀ ਇਹਨਾਂ ਦੇ ਮਾਰੇ ਗਏ ਲੋਕਾਂ ਦੇ ਹੱਥੋਂ, ਆਪਣੇ ਸਿਟੀਜ਼ਨ ਦੇ ਹੱਥੋਂ। ਇਹਨਾਂ ਦੀ ਕਰਤੂਤਾਂ ਕਰਕੇ ਹੋਇਆ। ਮੈਂ ਕਹਿੰਦਾ ਕਰਤੂਤਾ ਸ਼ਬਦ ਨਾ, ਇੱਕ ਸੈਕਿੰਡ ਸੰਘੇੜਾ ਸਾਹਿਬ, ਹੁਣ ਮੇਰਾ ਜਵਾਬ ਲੈ ਲਓ। ਇਹ ਸ਼ਬਦ ਵਰਤਨ ਤੋਂ ਪਹਿਲਾਂ ਨਾ ਭੁੱਲਿਆ ਕਰੋ ਪਲੀਜ਼, ਤੁਹਾਡੇ ਸੁਪਰੀਮੋ ਸਾਹਿਬ ਨੇ ਮਾਫੀ ਮੰਗੀ ਸੀ ਇਹ ਸ਼ਬਦਾਂ ਲਈ, ਸੋ ਇਹਨਾਂ ਸ਼ਬਦਾਂ ਨੂੰ ਵਰਤਨ ਤੋਂ ਪਹਿਲਾਂ ਸੋਚ ਲਿਆ ਕਰੋ। ਸੋਚਣਾ ਬੋਲੋ ਖੜਿਆਲ ਸਾਹਿਬ, ਸਣੇ ਸਾਬਕਾ ਮੁੱਖ ਚਲੋ ਉਹਨਾਂ ਨੂੰ ਤੁਹਾਡੇ ਸ਼ਬਦ ਤੇ ਇਤਰਾਜ਼ ਆ ਸੰਘੇੜਾ ਸਾਹਿਬ, ਉਹਨਾਂ ਨੂੰ ਤੁਹਾਡੇ ਸ਼ਬਦ ਤੇ ਇਤਰਾਜ਼ ਆ। ਰੜੇ ਹੋਏ ਅਸੀਂ ਆ, ਲੀਡਰ ਇਹਨਾਂ ਦੇ ਜਾ ਰਹੇ ਆ, ਮੇਰਾ ਜਵਾਬ ਲੈ ਲਓ ਜ਼ਿਲ੍ਹਾ ਕਰੀ ਜਾ ਰਹੇ ਆ, ਅਸੀਂ ਰੜੇ ਹੋਏ। ਹਾਂ ਨਾਰਾ ਸਾਹਿਬ, ਇੱਕ ਮਿੰਟ 10 ਸੈਕਿੰਡ ਦਾ ਜਵਾਬ ਦੇ ਲੈਂਦੇ। ਮੈਂ ਇੱਕ ਤਾਂ ਸਪਸ਼ਟ ਕਰਦਾ ਜਿਹੜੇ ਸ਼ਬਦ ਇਹਨਾਂ ਨੇ ਵਰਤੇ ਹੈ ਕਰਤੂਤਾਂ ਨਾਲੇ, ਹੋਰ ਇੱਕੋ ਬੇਨਤੀ ਕਰੂੰਗਾ ਨਿਮਰਤਾ ਦੇ ਨਾਲ ਕਿ ਪਹਿਲਾਂ ਸੁਪਰੀਮੋ ਨੇ ਮਾਫੀ ਮੰਗੀ ਸੀ, ਇਹ ਜੇ ਸ਼ਬਦਾਂ ਨੂੰ ਵਰਤਣ ਤੋਂ ਪਹਿਲਾਂ ਆਪਾਂ ਕਾਈਂਡਲੀ ਸੋਚ ਲਿਆ ਕਰੀਏ। ਦੂਜੀ ਗੱਲ, ਕਰਪਸ਼ਨ ਦੀ ਆਮ ਆਦਮੀ ਪਾਰਟੀ ਦਾ ਨਾ ਕਰੇ, ਕਿਉਂਕਿ ਇਹਨਾਂ ਦੇ ਡਿਪਟੀ ਸੀਐਮ ਵੀ ਜੇਲ੍ਹ 'ਚ, ਫਾਰਮਰ ਡਿਪਟੀ ਸੀਐਮ ਮਿਨਿਸਟਰ ਸਤਿੰਦਰ ਜੈਨ ਵੀ ਜੇਲ੍ਹ 'ਚ, ਐਮਪੀ ਸੰਜੇ ਵੀ ਜੇਲ੍ਹ 'ਚ, ਤੇ ਇੱਥੇ ਵਾਲੇ ਐਮਐਲਏ ਵੀ ਆਪਣਾ ਜੇਲ੍ਹਾਂ ਕੱਟ ਕੇ ਆਏ ਆ, ਵਿਜੇ ਸਿੰਗਲਾ ਤੋਂ ਲੈ ਕੇ ਅਮਿਤ ਰਤਨ। ਸੋ ਮੈਂ ਤਾਂ ਇੰਨੀ ਗੱਲ ਹੀ ਕਹੂੰਗਾ ਕਿ ਆਮ ਆਦਮੀ ਪਾर्टी ਨੂੰ ਨਾ ਲੋਕ ਹੁਣ ਕਹਿਣ ਲੱਗੇ एक थी सरकार जो अब तिहाड़ जेल में है। चलो एक मिनट, सो ये टिप्पणियां करन ਤੋਂ ਪਹਿਲਾਂ ਸੋਚ ਲਿਆ ਕਰੋ। ਕਹਿ ਦਿੰਨਾ ਖੜਿਆਲ ਸਾਹਿਬ, ਦੇਸ਼ ਦੇ ਵਿੱਚ 2 ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਆਪਣੇ, ਮੈਂ ਤਾਂ ਇੱਕੋ ਗੱਲ ਕਹੂੰਗਾ ਜਿਹੜੇ 700 ਕਿਸਾਨ ਸ਼ਹੀਦ ਹੋਏ ਸੀ ਨਾ ਕ੍ਰਿਸ਼ੀ ਕਾਨੂੰਨ ਕਰਕੇ, ਤੁਸੀਂ ਵੀ ਨੋਟੀਫਾਈ ਕਰਤਾ ਸੀਗਾ। ਸੰਘੇੜਾ ਸਾਹਿਬ ਇੱਕ ਮਿੰਟ, ਸੰਘੇੜਾ ਸਾਹਿਬ ਇੱਕ ਮਿੰਟ ਸਰ, ਸੁਣਤਾ ਲਓ ਨਾ ਸੰਘੇੜਾ ਸਾਹਿਬ, ਤੁਸੀਂ ਬੜੇ ਵੱਡੇ ਬਿਆਨ ਦਿੱਤੇ ਸਰ ਕਾਂਗਰਸ ਬਾਰੇ। ਇਹਦਾ ਮਤਲਬ ਫਿਰ ਜੋ ਮਿਸਟਰ ਮੋਦੀ ਨੇ ਕਿਹਾ 70 ਤੇ 400, ਫਿਰ ਇਹਦਾ ਮਤਲਬ ਪਾਰ ਹੋ ਰਹੀਆਂ ਨਾ, ਜਿਹੜੀ ਮੁੱਖ ਓਪੋਜੀਸ਼ਨ ਹੈ ਤੁਸੀਂ ਉਹਦੇ ਬਾਰੇ ਐਡੀ ਵੱਡੀਆਂ ਸਖਤ ਟਿੱਪਣੀਆਂ ਕਰਤੀਆਂ ਸੰਘੇੜਾ ਸਾਹਿਬ।
ਸੰਵਿਧਾਨ ਨੂੰ ਬਚਾਉਣ ਲਈ, ਸੰਵਿਧਾਨ ਦੇ ਹੱਕ 'ਚ, ਜਮਹੂਰੀਅਤ ਦੇ ਮਾਮਲੇ 'ਚ ਕਾਂਗਰਸ ਪਾਰਟੀ ਬੀਜੇਪੀ ਨਾਲੋਂ ਬਿਹਤਰ। ਮਾਨ ਸਾਹਿਬ ਦੀ ਵੀਡੀਓ ਦੇਖੀ ਨਾ, ਬਿਹਤਰ ਕਹਿ ਰਹੇ ਇੱਕ ਮਿੰਟ ਖੜਿਆਲ ਦਾ ਤਾਰੀਫ ਵੀ ਸੁਣ ਲਿਆ ਕਰੋ ਆਪਦੀ, ਉਹ ਬਿਹਤਰ। ਆਪ ਸੰਗੜਾ ਸਾਹਿਬ ਦੁਬਾਰਾ ਸਟੇਟਮੈਂਟ ਦਿਓ ਵਾਲੀ। ਦੇਖੋ, ਸੰਵਿਧਾਨ ਨੂੰ ਬਚਾਉਣ ਦੇ ਲਈ ਤੇ ਜਮਹੂਰੀਅਤ ਨੂੰ ਬਚਾਉਣ ਲਈ ਬੀਜੇਪੀ ਜਿਹੜੀ ਆ ਵੱਡੀ ਦੁਸ਼ਮਣ ਹੈ, ਕਾਂਗਰਸ ਉਹ ਤੋਂ ਨੈਕਸਟ ਆਉਂਦੀ ਆ। ਉਹਦੇ ਨਾਲੋਂ ਇੱਕ ਮਿੰਟ ਨਹੀਂ ਮਿਸਟਰ ਖੜਿਆਲੇ ਪੜ ਹੱਥ ਮਿਲਾਣੇ ਇੱਕ ਮਿੰਟ ਪੰਜਾ ਨਾਲ ਹੱਥ ਮਿਲਾ ਲਿਆ ਸੀ। ਖੜਿਆਲ ਸਾਹਿਬ ਇਦਾਂ ਨਾ ਕਰੋ ਪਲੀਜ਼। ਹਾਂ ਮਿਸਟਰ ਪੁੱਲਰ ਬੋਲੋ, ਕੀ ਕਹਿਣਾ ਚਾਹ ਰਹੇ ਹੋ? ਲਾਸਟ ਸਟੇਟਮੈਂਟ ਪਲੀਜ਼। ਗੱਲ ਇਸ ਤਰ੍ਹਾਂ ਹੈਗੀ ਹੈ ਕਿ ਖਹਿਰਾ ਸਾਹਿਬ ਦੀ ਗੱਲ ਤੇ ਉਹ ਹੈ ਕਿ ਅਸੀਂ ਨਾਲ ਹੈਗੇ ਹਾਂ ਜੀ, ਅਸੀਂ ਜਮਹੂਰੀਅਤ ਨੂੰ ਬਚਾਉਣਾ ਚਾਹੁੰਦੇ ਹਾਂ, ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਹਾਂ। ਤੇ ਟੋਏ 'ਚ ਬੰਦਾ ਡਿੱਗਿਆ ਪਿਆ ਸੀਗਾ ਤੇ ਉੱਪਰੋਂ ਬੰਦਾ ਇੱਕ ਰੌਲਾ ਪਾਈ ਜਾਵੇ, ਮੈਂ ਤੈਨੂੰ ਬਚਾਉਣ ਨੂੰ ਫਿਰਦਾ, ਲਾਗੇ ਰੱਸੀ ਵੀ ਪਈ ਸੀ, ਪੌੜੀ ਵੀ ਪਈ ਸੀ, ਉਹ ਤੇ ਦਵੇ ਨਾ ਵੀ ਉੱਤੇ ਚੜਾਊਗਾ, ਲੇਕਿਨ ਉੱਤੋਂ ਰੌਲਾ ਪਾਈ ਜਾਵੇ, ਬਸ ਗੱਲ ਸਿਰਫ ਉਨੀ ਹੈ। ਨਹੀਂ ਭੁੱਲਰ ਸਾਹਿਬ, ਤੁਹਾਡੀ ਸਟੇਟਮੈਂਟ ਬੜੀ ਵੱਡੀ ਹੈ। ਇੱਕ ਪਾਸੇ ਤੇ ਸਾਰੀਆਂ ਸੀਟਾਂ ਇਹਨਾਂ ਨੂੰ ਆ ਰਹੀਆਂ ਨੇ, ਦੂਜੇ ਪਾਸੇ ਕਾਂਗਰਸ ਦੀ ਮਦਦ ਕਰ ਰਹੇ ਹੈ। ਨਹੀਂ ਭੁੱਲਰ ਸਾਹਿਬ, ਨਹੀਂ ਇਹ ਕਿਹੋ ਜਿਹੀ ਮਦਦ ਕਰ ਰਹੇ ਹੈ? ਭੁੱਲਰ ਸਾਹਿਬ ਬੀਜੇਪੀ ਡੈਮੋਕ੍ਰੇਸੀ ਨੂੰ ਰਾਖੀ ਕਰ ਰਹੀ ਹੈ, ਡੈਮੋਕ੍ਰੇਸੀ ਦੀ ਰਖਵਾਲੀ ਕਰ ਰਹੀ ਹੈ। ਭਾਈ ਸਾਹਿਬ, ਡੈਮੋਕ੍ਰੇਸੀ ਕਨੈਕਸ਼ਨ ਕੱਟਿਆ ਹੈਗਾ, ਸਰਕਾਰ ਕਰ ਰਹੀ ਹੈ। ਭੁੱਲਰ ਸਾਹਿਬ ਤੁਹਾਡੀ ਸਟੇਟਮੈਂਟ ਆਈ ਨਹੀਂ, ਆਵਾਜ਼ ਬ੍ਰੇਕ ਹੋ ਗਈ ਸੀ। ਤੁਹਾਡੀ ਸਟੇਟਮੈਂਟ ਆਈ ਨਹੀਂ, ਆਵਾਜ਼ ਬ੍ਰੇਕ ਹੋ ਗਈ ਸੀ। ਬੋਲੋ ਹੁਣ ਸਰ। ਮੈਂ ਕਿਹਾ ਜੀ, ਨਾ ਦੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਔਰ ਨਾ ਹੀ ਸ਼ੰਭੂ ਬੈਰੀਅਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਚਲ ਜੇ ਵਾਈਪੀਐਸ ਚੌਂਕ ਦੇ ਉੱਤੇ ਬੈਠੇ ਜਿਹੜੇ ਲੋਕ ਨੇ, 1 ਸਾਲ ਤੋਂ ਉੱਪਰ ਹੋ ਗਿਆ, ਉੱਥੇ ਡੈਮੋਕ੍ਰੇਸੀ ਜਿਹੜੀ ਹੈ ਕਿੱਥੇ ਹੈ? ਚਲੋ ਪੰਜਾਬ ਦੀ ਸਰਕਾਰ ਕਿੱਥੇ ਹੈ ਇੱਥੇ? ਠੀਕ ਹੈ। ਨਾਰਾ ਸਾਹਿਬ ਦੀ ਲਾਸਟ ਸਟੇਟਮੈਂਟ ਲੈਣੀ ਹੈ, ਫਿਰ ਮੈਂ ਚਰਚਾ ਸਮਾਪਤ ਕਰਨੀ। ਨਾਰਾ ਸਾਹਿਬ ਤੁਸੀਂ ਆਰਟੀਕਲ 370 ਦਾ ਜ਼ਿਕਰ ਕਰਨਾ ਲਾਜ਼ਮੀ ਹੈ ਸਰ। ਹੋਰ ਮੁੱਦੇ ਤੁਹਾਡੇ ਕੋਲ ਇੰਨੀਆਂ ਗਰੰਟੀਆਂ ਤੁਸੀਂ ਦਿੱਤੀਆਂ, ਤੁਸੀਂ ਕਹਿ ਰਹੇ ਹੋ ਪੂਰੀਆਂ ਕੀਤੀਆਂ, ਉਹਨਾਂ ਦਾ ਜ਼ਿਕਰ ਜ਼ਿਆਦਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਨਾਰਾ ਸਾਹਿਬ? ਕੇਪੀ ਜੀ, ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਕਿਹਾ ਸੀਗਾ ਕਿ ਜੇ ਮੈਂ ਸਾਰੀ ਉਪਲਬਧੀਆਂ ਗਿਣਾਉਣ ਲੱਗੂੰਗਾ ਤਾਂ ਮੈਨੂੰ 1 ਘੰਟਾ ਮੈਨੂੰ ਵੀ ਤੁਹਾਨੂੰ ਡਿਬੇਟ 'ਚ ਦੇਣਾ ਪੈਣਾ, ਆਪਣੇ ਜਿਹੜੇ ਬਾਕੀ ਭਰਾ ਬੈਠੇ। ਚਲੋ ਮੈਂ ਤੁਹਾਨੂੰ ਸਵਾਲ ਦੇਣਾ ਛੋਟਾ ਜਿਹਾ, ਨਾਰਾ ਸਾਹਿਬ ਤੁਹਾਡਾ ਤਰਕ ਸਹੀ ਹੈ ਨਾਰਾ ਸਾਹਿਬ, ਬਹੁਤ ਟਾਈਮ ਲੱਗ ਜਾਊਗਾ। ਇੱਕ ਛੋਟਾ ਜਿਹਾ ਤਰਕ ਦੇ ਦਿਓ ਨਾਰਾ ਸਾਹਿਬ। ਡੈਮੋਕ੍ਰੇਸੀ ਦੀ ਰਖਵਾਲੀ ਲਈ ਤੁਹਾਡੇ ਵੱਡੇ ਕੰਮ ਕਿਹੜੇ ਆ ਸਰ ਇਹਨਾਂ 5 ਸਾਲਾਂ ਵਿੱਚ? ਮੈਂ 10 ਸਾਲ ਦੀ ਗੱਲ ਨਹੀਂ ਕਰ ਰਿਹਾ ਸਰ। ਇਹ ਤੁਸੀਂ ਵਿਦੇਸ਼ਾਂ 'ਚ ਜਾ ਕੇ ਪੁੱਛੋ, ਭਾਰਤ ਦੀ ਛਵੀ ਕਿੱਥੋਂ ਤੋਂ ਕਿੱਥੇ ਤੱਕ ਪਹੁੰਚ ਗਈ ਆ। ਤੁਸੀਂ ਮੈਨੂੰ ਅੱਜ ਇੱਕ ਦੱਸੋ ਕਿ ਕਿੱਥੇ ਲੋਕਤੰਤਰ ਦਾ ਘਾਣ ਹੋ ਰਿਹਾ, ਕਿੱਥੇ ਘਾਣ ਹੋ ਰਿਹਾ? ਕੋਈ ਇੱਕ ਮਿਸਾਲ ਦੇ ਦਿਓ। ਔਰ ਜਿਹੜਾ ਆਪਾਂ ਗੱਲ ਕਰਦੇ ਸੀਗੇ ਨਾ, ਕਿਉਂ ਮੋਦੀ ਸਾਹਿਬ ਨੇ ਕੌਨਫੀਡੈਂਸ ਨਾਲ ਕਹਿੰਦੇ ਆ, ਉਹ ਨਜ਼ਾਰਾ ਤੁਹਾਡੀ ਡਿਬੇਟ ਦੇ ਰਾਹੀਂ ਤੁਹਾਡੇ ਦਰਸ਼ਕਾਂ ਨੇ ਦੇਖ ਲਿਆ ਕਿ ਕਿਵੇਂ ਆਪਸ 'ਚ ਲੜਦੇ ਨੇ ਜਿਹੜੇ ਸੋ ਕਾਲਡ ਇੰਡੀਆ ਗਠਬੰਧਨ ਦੇ ਵਿੱਚ ਆਪਣੇ ਆਪ ਨੂੰ ਇਕੱਠਾ ਕਹਿੰਦੇ ਨੇ। ਕਿਉਂ ਮੈਂ ਤੁਹਾਨੂੰ ਇਹ ਗੱਲ ਕਹੀ ਕਿ ਜਦੋਂ ਦੋ ਪਰਸਪਰ ਵਿਰੋਧੀ ਪਾਰਟੀਆਂ, ਜਿਨ੍ਹਾਂ ਨੂੰ ਇੱਕ ਦਾ ਜਨਮ ਦੂਸਰੇ ਨੂੰ ਖਤਮ ਕਰਕੇ ਹੋਇਆ, ਜਦੋਂ ਆਪਣੇ ਸਵਾਰਥਾਂ ਦੇ ਲਈ ਇਸ ਤਰ੍ਹਾਂ ਹੱਥ ਮਿਲਾਣਗੇ ਤਾਂ ਦੇਸ਼ ਦੀ ਜਨਤਾ ਇਹਨਾਂ ਨੂੰ ਮਾਕੂਲ ਜਵਾਬ ਦੇਗੀ। ਔਰ ਇਸੇ ਕਰਕੇ ਇਹਨਾਂ ਲੋਕਾਂ ਦੇ ਜੋ ਕਹਿੰਦੇ ਸੀਗੇ ਔਰ ਜੋ ਕਰ ਰਹੇ ਨੇ, ਉਹਦੇ ਕਰਕੇ ਹੀ 370 ਸੀਟਾਂ ਬੀਜੇਪੀ ਨੂੰ ਆਉਣਗੀਆਂ ਔਰ ਐਨਡੀਏ 400 ਤੋਂ ਪਲੱਸ ਜਾਏ। ਇਹ ਪੋਲਰਾਈਜੇਸ਼ਨ ਵਾਲੀ ਪੋਲਿਟਿਕਸ ਤਾਂ ਨਹੀਂ? ਕੋਈ ਪੋਲਰਾਈਜੇਸ਼ਨ ਨਹੀਂ। ਇਹ ਜੋ ਚੈਨਲ ਤੇ ਤਾਂ ਆਪਾਂ 1 ਘੰਟੇ ਦੀ ਡਿਬੇਟ ਜੋ ਤੁਹਾਡੇ ਦਰਸ਼ਕ ਦੇਖਣਗੇ ਕਿ ਕਿਵੇਂ ਇੱਕ ਸੰਘੇੜਾ ਸਾਹਿਬ ਕਹਿ ਰਹੇ ਨੇ ਕਿ ਕਾਂਗਰਸ ਹੈਗੀ ਤਾਂ ਕਰਪਟ ਆ, ਪਰ ਅਸੀਂ ਜਾਣਾ ਇਹਨਾਂ ਦੇ ਨਾਲ ਹੀ ਆ। ਮੇਰਾ ਜਵਾਬ ਲੈ ਲਿਓ, ਅੱਛੀ ਲੱਗੀ ਗੱਲ ਤੁਹਾਡੀ। ਹੁਣ ਮੈਨੂੰ ਇੰਨੀ ਗੱਲ ਦੱਸ ਦਿਓ ਕਿ ਨਿਤਿਸ਼ ਕੁਮਾਰ ਜੀ ਬਾਰੇ ਮੋਦੀ ਸਾਹਿਬ ਦੀਆਂ ਟਿੱਪਣੀਆਂ ਬਹੁਤ ਤਿੱਖੀਆਂ ਆਈਆਂ, ਅਮਿਤ ਸ਼ਾਹ ਸਾਹਿਬ ਦੀਆਂ, ਤੇ ਨਿਤਿਸ਼ ਕੁਮਾਰ ਜੀ ਦੀਆਂ ਤੁਹਾਡੇ ਬਾਰੇ ਆਈਆਂ ਵੀ ਮਰ ਜਾਏंगे बीजेपी में नहीं जाएंगे, फिर ਤੁਸੀਂ ਇਕੱਠੇ ਹੋ ਗਏ। ਸੋ ਕੀ ਤੁਹਾਡੇ ਕੋਲ ਲੋਕਸ ਸਟੈਂਡਾ ਹੈ ਸਾਨੂੰ ਸਵਾਲ ਕਰਨ ਦਾ? ਹੁਣ ਦੂਜੀ ਗੱਲ, ਇੱਥੇ ਤੁਸੀਂ ਜ਼ਰੂਰ ਕਹਿ ਦਿਓ ਤੇ ਸ਼੍ਰੋਮਣੀ ਅਕਾਲੀ ਦਲ ਕਵੇ ਇਹ ਗੱਲ, ਐਸਸੀਡੀ ਕਵੇ ਵੀ ਬੀਜੇਪੀ ਦੇ ਨਾਲ ਅਲਾਈਅੰਸ ਕਰਨਾ ਤਾਂ ਦੂਰ ਦੀ ਗੱਲ, ਅਸੀਂ ਸੋਚਾਂਗੇ ਵੀ ਨਹੀਂ, ਕਿਉਂਕਿ ਇਹਨਾਂ ਕਰਕੇ ਸਾਡੇ ਕਿਸਾਨਾਂ ਤੇ ਤਸ਼ੱਦਦ ਹੋ ਰਹੀ ਹੈ। ਇਹ ਸਾਡੇ ਕਿਸਾਨਾਂ ਨੂੰ ਕਹਿ ਰਹੇ ਆ ਕਦੇ ਨਹੀਂ ਅਲਾਈਅੰਸ ਕਰਾਂਗੇ। ਨਾਰਾ ਸਾਹਿਬ ਫਟਾਫਟ ਬੋਲੋ ਪਲੀਜ਼। ਦੇਖੋ, ਨਿਤੀਸ਼ ਕੁਮਾਰ ਐਨਡੀਏ ਦੇ ਨਾਲ ਇਲੈਕਸ਼ਨ ਲੜੇ ਸੀਗੇ ਪਿਛਲਾ, ਔਰ ਐਨਡੀਏ ਦੀ ਉੱਥੇ ਲੋਕਾਂ ਨੇ ਫਤਵਾ ਦਿੱਤਾ ਸੀਗਾ। ਠੀਕ ਹੈ, ਇਹ ਲੋਕ ਉਹਨਾਂ ਨੂੰ ਗੁੰਮਰਾਹ ਕਰਕੇ ਲੈ ਗਏ, ਉਹ ਘਰ ਵਾਪਸੀ ਉਹਨਾਂ ਨੇ ਕੀਤੀ ਆ, ਪਰ ਤੁਹਾਡੇ ਤਰ੍ਹਾਂ ਤਾਂ ਨਹੀਂ ਹੈ ਕਿ ਆਪਸ ਚ ਇੱਕ ਦੂਜੇ ਦੇ ਖਿਲਾਫ। ਮੋਦੀ ਸਾਹਿਬ ਨੇ ਬੜਾ ਹਮਲਾ ਵੱਡਾ ਕੀਤਾ ਸੀਗਾ, ਰੋਲ ਆਫ ਵਿਮਨ ਨੂੰ ਲੈ ਕੇ ਇਹ ਤਾਂ ਕਹਿਦਾ ਸੀਗਾ। ਖੜਿਆਲ ਸਾਹਿਬ ਤੁਹਾਡਾ, ਪੁੱਲਰ ਸਾਹਿਬ ਤੁਹਾਡਾ, ਸੰਘੇੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। 303 ਸੀਗੀਆਂ, 67 ਸੀਟਾਂ ਹੋਰ ਕਿੱਥੋਂ ਆਉਣਗੀਆਂ? ਜਿਹੜੇ ਸਵਾਲ ਕੀਤੇ ਜਾ ਰਹੇ ਉਹਨਾਂ ਸਵਾਲਾਂ ਦੇ ਵਿੱਚ ਦਮ ਕਿੰਨਾ ਹੈਗਾ, ਤੇ ਜਦੋਂ ਇਹ 370 ਤੇ 400 ਦਾ ਦਾਅਵਾ ਕੀਤਾ ਜਾਂਦਾ ਉਹਦੇ ਵਿੱਚ ਦਾ ਕਿਹੜਾ ਹੈਗਾ, ਇਹ ਡਿਬੇਟ ਨੇ ਮੈਨੂੰ ਲੱਗਦਾ ਸਾਫ਼ ਕਰ ਦਿੱਤਾ। ਬਹੁਤ ਧੰਨਵਾਦ।